ਵਾਹਿਗੁਰੂ ਸਾਹਿਬ ਜੀਓ। ਮਹੱਲਾ ਪੰਜਵਾ। ਗਾਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਕਰਪੂਰ ਪੋਹ ਸੁਗੰਧਾ। ਪਰਸ ਮਨੁਖ ਦੇਹੰ ਮਲੀਨੰ। ਮੱਝਾ ਰੁਦਰ ਦੁਰਗੰਧਾ। ਨਾਨਕ ਅਥ ਗਰਬੀਣ ਅਗਿਆਨਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਪੂਰ ਪੋਹਪ ਸੁਗੰਧਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਹਿਬ ਸੰਗਤ ਜੀ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਉਪਦੇਸ਼ ਹਰੀ ਲਾਲ ਕ੍ਰਿਸ਼ਨ ਲਾਲ ਦੇ ਤਾਂ ਹੀ ਬਖਸ਼ਿਆ, ਇਹਨਾਂ ਦਾ ਮਨ ਇੰਨਾ ਆਨੰਦ ਦੇ ਸਹਿਤ ਹੋਇਆ, ਸਤਿਗੁਰਾਂ ਦੇ ਮੁਖੋਂ ਸੁਣਨ ਤੋਂ ਹਟਿਆ ਨਹੀਂ ਜਾਂਦਾ। ਐਸੀ ਭੁੱਖ ਲੱਗੀ ਹੋਈ ਹੈ ਮਹਾਰਾਜ ਤੋਂ ਉਪਦੇਸ਼ ਸੁਣਨ ਦੀ। ਕਹਿਣ ਲੱਗੇ ਹਜ਼ੂਰ ਹੋਰ ਕੋਈ ਗਾਥਾ ਕਿਰਪਾ ਕਰਕੇ ਸੁਣਾਓ। ਤਾਂ ਸੁਣ ਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਜਿੱਥੇ 67 ਸ਼ਬਦਾਂ ਸ਼ਲੋਕਾਂ ਵਿੱਚ ਇਹਨਾਂ ਪ੍ਰੇਮੀਆਂ ਦੇ ਤਾਂ ਹੀ ਨਿਹਾਲ ਕੀਤਾ ਹੈ ਮੋਹ ਦੀ ਨਿਵਰਤੀ ਕਰਕੇ, ਉੱਥੇ ਹਜ਼ੂਰ 24 ਪੌੜੀਆਂ ਵਾਲੀ ਹੋਰ ਗਾਥਾ ਨਾਮੇ ਬਾਣੀ ਉਚਾਰਨ ਕਰਦੇ ਹਨ। ਗਾਥਾ ਨਾਮ ਕਥਾ ਦਾ ਹੈ। ਕਥਾ ਮਹਾਰਾਜ ਸਾਹਿਬ ਸਰਵਣ ਕਰਾਉਂਦੇ ਹਨ। ਗਾ ਗਿਆਨ ਰੂਪੀ ਜਿਸ ਕਰਕੇ ਥਾਂ ਦੀ ਪ੍ਰਾਪਤੀ ਹੋਵੇ, ਐਸੀ ਗਾਥਾ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ। ਇੱਕੋ ਦ્વੈਤ ਰੂਪ ਪਰਮੇਸ਼ਵਰ ਗਾਥਾ ਛੰਦ ਦਾ ਨਾਮ ਵੀ ਹੈ, ਗਾਥਾ ਬਾਣੀ ਦਾ ਨਾਮ ਉਚਾਰਨ ਕਰਦੇ ਹਨ, ਕਥਾ ਉਚਾਰਨ ਕਰਦੇ ਹਨ। ਇੱਕੋ ਦ્વੈਤ ਰੂਪ ਪਰਮੇਸ਼ਵਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿ ਕਾਲ ਵਾਗ ਰੂਪ ਗੁਰੂ ਚੈਤਨ ਸਰੂਪ ਪ੍ਰਸਾਦਨੰਦ ਰੂਪ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਕਰਪੂਰ ਪੋਹਪ ਸੁਗੰਧਾ। ਜਿੱਥੇ 67 ਸ਼ਬਦ ਹੈ ਨਾਲ ਚੌਕਾ ਵੀ ਹੁੰਦਾ ਹੈ। ਪੋਥੀਆਂ ਤੇ ਹੈ ਚੌਕਾ ਕਿ ਨਹੀਂ? ਇੱਥੇ ਬੀੜ ਚ ਨਹੀਂ ਛਪਿਆ ਹੋਇਆ ਚੌਕਾ। 4 ਜਿਹੜੇ ਸ਼ਲੋਕ ਹੈ ਨਾ ਪਹਿਲੇ, ਉਹਨਾਂ ਦੀ ਗਿਣਤੀ ਨਾਲ ਹੈ 67 ਦੇ। ਕਰਪੂਰ ਪੋਹਪ ਸੁਗੰਧਾ। ਹਾਂਜੀ, ਕਰ ਹਜ਼ੂਰ ਫਰਮਾਉਂਦੇ ਹਨ ਇਹ ਦੇਹ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਭਿਆਸ ਤੋਂ ਮਿਟਾਉਣ ਵਾਸਤੇ, ਦੇਹ ਅਭਿਆਸ ਨੂੰ ਸ਼ਾਂਤੀ ਬਖਸ਼ਣ ਵਾਸਤੇ, ਦੇਹ ਦੇ ਮਾਨ ਨੂੰ ਮੇਟਣ ਵਾਸਤੇ, ਇਹਦਾ ਹੰਕਾਰ ਜਿਹੜਾ ਦੀ ਨਿਵਰਤੀ ਵਾਸਤੇ ਪਵਿੱਤਰ ਸ੍ਰੀ ਮੁਖਵਾਕ ਉਚਾਰਦੇ ਹਨ। ਕਰਪੂਰ ਪੋਹਪ ਸੁਗੰਧਾ। ਇਹ ਭਾਈ ਕਰਪੂਰ ਭੀਮ ਸੈਨੀ ਕਪੂਰ ਜਿਵੇਂ ਚੱਬਦੇ ਆ ਲੋਕ ਪਾਨਾਂ ਦੇ ਨਾਲ ਮਿਲਾ ਕੇ, ਇਸ ਪ੍ਰਕਾਰ ਕਪੂਰ ਆਦਿਕਾਂ ਦਾ ਖੁਸ਼ਬੂ ਆਦਿਕਾਂ ਨੂੰ ਜਿਹੜਾ ਲਾਉਣਾ ਹੈ, ਅਤੇ ਪੋਹਪ ਫੁੱਲਾਂ ਆਦਿਕਾਂ ਦੀਆਂ ਮਾਲਾ ਜਿਹੜੀਆਂ ਪਾਉਣੀਆਂ ਹਨ, ਸੁਗੰਧਾ ਚੰਦਨ ਆਦਿਕਾਂ ਦੀਆਂ ਸੁਗੰਧੀਆਂ ਜਿਹੜੀਆਂ ਘਸਾ ਕੇ ਲਾਉਣੀਆਂ ਹਨ। ਪਰਸ ਮਨੁਖ ਦੇਹੰ ਮਲੀਨ। ਇਹ ਹੈ ਤਾਂ ਫੁੱਲ ਬਹੁਤ ਵੱਧ ਕੇ, ਕਪੂਰ ਵੀ ਬੜਾ ਸੁੰਦਰ ਹੈ, ਫੁੱਲਾਂ ਦੀਆਂ ਮਾਲਾ ਵੀ ਬੜੀਆਂ ਸੁੰਦਰ ਹੈ, ਸੁਗੰਧੀਆਂ ਵੀ ਚੰਦਨ ਆਦਿਕਾਂ ਦੀਆਂ ਬੜੀਆਂ ਮਹਿਕ ਵਾਲੀਆਂ ਹਨ। ਪਰ ਪਰਸ ਮਨੁੱਖ ਦੇਹੰ ਮਲੀਨ। ਇਹ ਮਨੁੱਖਾਂ ਦੇ ਇਹੀ ਜੀ ਹੈ। ਇਸ ਮਨੁੱਖ ਦੀ ਦੇਹ ਨਾਲ ਜਦੋਂ ਪਰਸਦੀਆਂ ਇਹ ਚੀਜ਼ਾਂ ਖੁਸ਼ਬੂ ਵਾਲੀਆਂ ਚੋਂ ਮਹਿ ਕੌਣੋਂ ਹਟ ਜਾਂਦੀ ਹੈ, ਇਹ ਮਲੀਨ ਹੋ ਜਾਂਦੀਆਂ ਹਨ। ਦੇਹ ਦੀ ਇੰਨੀ ਬਦਬੂ ਹੈ, ਮਲੀਨਤਾ ਹੈ, ਉਹਦੇ ਨਾਲ ਇਹ ਮਹਿਕ ਵਾਲੀਆਂ ਚੀਜ਼ਾਂ ਦੀ ਮਹਿਕ ਮਿਟ ਜਾਂਦੀ ਹੈ। ਐਸੀ ਮਲੀਨ ਦੇਹ ਹੈ ਇਹ। ਮੱਝਾ ਰੁਦਰ ਦੁਰਗੰਧਾ। ਇਹ ਦੇਹ ਦੇ ਵਿੱਚ ਮੱਝਾ ਨਾਮ ਮਿੰਝ ਹੈ, ਹੋਰ ਕੀ ਹੈ? ਰੁਦਰ ਲਹੂ ਹੈ ਅਤੇ ਦੁਰਗੰਧਾ ਬਿਸ਼ਟ ਆਦਿਕ ਹੈ। ਨਾਨਕ ਅਥ ਗਰਬੀਣ ਅਗਿਆਨਣੋ। ਸਤਿਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ, ਭਾਈ ਅਥ ਐਸੀ ਜਿਹੜੀ ਦੇਹ ਹੈ, ਇਹਦੇ ਤੇ ਗਰਵੇਣ ਅਗਿਆਨਣੋ। ਹੈ ਅਗਿਆਨੀ ਜਨੋ, ਇਹਦੇ ਤੇ ਹੰਕਾਰ ਕਰਦੇ ਹੋ ਕਿ ਸਾਡੀ ਇਹ ਦੇਹ ਹੈ। ਬਿਸ਼ਟਾ ਅਸਤ ਰਖਤ ਪਰੇਟੇ ਚਾਮ, ਇਸ ਉੱਪਰਲੇ ਰਾਖਿਓ ਗੁਮਾਨ। ਇਹਦੇ ਤੇ ਹੰਕਾਰ ਕਰਦੇ ਹੋ, ਇਸ ਦੇਹ ਨੂੰ ਆਪਣਾ ਆਪ ਮੰਨੀ ਬੈਠੇ ਹੋ। ਇਸੇ ਕਰਕੇ ਅਗਿਆਨੀ ਹੋ ਰਹੇ ਹੋ। ਆਪਣਾ ਸੱਚੇ ਅਨੰਦ ਸਰੂਪ ਭੁਲਾ ਕੇ ਅਸਤ ਜੜ ਦੁੱਖ ਰੂਪ ਦੇਹ ਨੂੰ ਆਪਣਾ ਆਪ ਮੰਨੀ ਬੈਠੇ ਹੋ। ਪਰਮਾਣੂ ਪਰਜੰਤ ਆਕਾਸ਼ ਹੈ। ਨਿਜਮ ਦਾ ਵਾਕ ਮਹਾਰਾਜ ਸਾਹਿਬ ਕਹਿੰਦੇ ਹਨ, ਹੇ ਭਾਈ ਪਰਮਾਣੂ ਪਰਜੰਤ ਆਕਾਸ਼ ਹੈ। ਜੇ ਕਰਕੇ ਭਾਈ ਇੰਨੀਆਂ ਸਿੱਧੀ ਸ਼ਕਤੀਆਂ ਵਾਲਾ ਪੁਰਖ ਹੋ ਜੇ, 18 ਸਿੱਧੀਆਂ ਵਾਲਾ ਹੋ ਜੇ, ਉਹਦੇ ਚੋਂ ਅਣੂ ਸਿੱਧੀ ਦੇ ਨਾਲ ਪਰਮਾਣੂ ਦੀ ਨਹੀਂ ਆਈ,
ਵਾਲ ਨੂੰ 100ਵਾਂ ਹਿੱਸਾ ਬਰੀਕ ਪਰਮਾਣੂ ਹੁੰਦਾ ਹੈ। ਉਸ ਪਰਮਾਣੂ ਦੇ ਪਰਜੰਤ ਸਦਰਸ ਆਪਣੇ ਸਰੀਰ ਨੂੰ ਬਹੁਤ ਸੂਖਮ ਕਰਕੇ ਆਕਾਸ ਹੈ ਦੀਪ ਲੂ ਅਸੇ ਖੰਡਨ ਹੈ। ਆਕਾਸ਼ ਵਿੱਚ ਵਿਚਰੇ ਆਵੇ, ਸੱਤਾਂ ਦੀਪਾਂ 'ਚ ਜਾਇਆ ਆਵੇ, ਸੇ ਤਿੰਨਾਂ ਲੋਕਾਂ 'ਚ ਜਾਇਆ ਆਵੇ, ਖੰਡਣਾ ਨਵਾਂ ਖੰਡਾਂ 'ਚ ਜਾਇਆ ਆਵੇ, ਸੇ ਉਹ ਪੁਰਖੋ ਗਸ਼ੇਣ ਨੈਣ ਪਾਰੇਣ ਨਾਨਕ। ਹਜ਼ੂਰ ਕਹਿੰਦੇ ਨੇ ਗਸ਼ੇਣ ਗੱਛੇ ਆਵੇ, ਨੈਣ ਭਰੇਣ ਅੱਖ ਦੇ ਭਰਨ, ਅੱਖਾਂ ਦੇ ਖੋਲਣ ਮੀਚਣ ਜਿੰਨਾ ਚਿਰ ਚ ਬਿਨਾ ਸਾਧੂ ਨਾ ਸਿੱਧਿਆ। ਐਡਾ ਵੱਡਾ ਸਮਰੱਥ ਹੋ ਜੇ, ਸਿੱਧੀਆਂ ਦਾ ਮਾਲਕ ਹੋ ਜਾਵੇ, ਬਿਨਾ ਸਾਧ ਸੰਗਤ ਤੋਂ ਨਾ ਸਿੱਧ ਤੇ ਨਹੀਂ ਮੁਕਤ ਹੋ ਸਕਦਾ ਕੋਈ ਪੁਰਖ। ਭਾਵੇਂ ਕਿੱਡੇ ਯਤਨ ਕਰ ਲਵੇ, ਸਤਸੰਗਤ ਕਰੇ ਬਿਨ ਬਗੈਰ ਮੁਕਤ ਨਹੀਂ ਹੋ ਸਕਦੀ। ਐਡੀਆਂ ਕਰਾਮਾਤਾਂ ਵਾਲਾ ਵੀ ਜੇ ਹੋ ਜੇ ਫਿਰ ਵੀ ਉਹ ਬੇਗਾਤੀ ਰਹੇਗਾ। ਸਾਧ ਸੰਗਤ ਤੋਂ ਬਿਨਾ ਮੁਕਤ ਨਹੀਂ ਉਸਦੀ ਹੋ ਸਕਦੀ। ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਤਸੰਗਤ ਬਿਨਾ ਤਰਿਆ ਕੋਈ ਵੀ ਨਹੀਂ ਹੈ। ਐਡੀ ਵੱਡੀ ਤਾਕਤ ਦਾ ਮਾਲਕ ਬਣ ਜਾਵੇ। ਅਥਵਾ ਪਰਮਾਣੂ ਪਰਜੰਤ ਆਕਾਸ ਹੈ। ਜੇ ਕਰਕੇ ਕਹਿੰਦੇ ਪਰਮਾਣੂ ਪਰਜੰਤ ਆਕਾਸ਼ ਹੈ। ਪਰਜੰਤ ਪ੍ਰਮਾਣ ਜਿਸ ਪ੍ਰਕਾਰ ਸਾਧ ਸੰਗਤ ਜੀ 52 ਅਵਤਾਰ ਵਿਸ਼ਨੂੰ ਭਗਵਾਨ ਜੀ ਨੇ ਧਾਰਨ ਕੀਤਾ ਸੀ, ਤਿੰਨਾਂ ਲੋਕਾਂ ਦੀਆਂ 2 ਕਰਮਾਂ ਕੀਤੀਆਂ ਸੀ। ਇਸ ਪ੍ਰਕਾਰ ਆਕਾਸ਼ ਪਰਜੰਤ ਪ੍ਰਮਾਣ ਮਿੰਤੀ ਵਾਲਾ ਬਣ ਜਾਵੇ, ਐਡਾ ਵੱਡਾ ਆਕਾਰ ਧਾਰ ਲਵੇ, ਆਕਾਸ਼ ਜਿੱਡਾ ਬਣ ਜਾਵੇ। ਭਗਵਾਨ ਤਾਂ 2 ਕਰਮਾਂ ਕੀਤੀਆਂ ਸੀ ਨਾ, ਐਡਾ ਲੰਮਾ ਬਣਿਆ ਸੀ 52। ਇਹ ਆਦਮੀ ਆਕਾਸ਼ ਜਿੱਡਾ ਵੱਡਾ ਮਿੰਟੀ 'ਚ ਬਣ ਜਾਵੇ, ਏਡਾ ਉੱਚਾ ਸਰੀਰ ਧਾਰ ਲਵੇ ਜੇ ਚਾਹੇ। ਦੀਪ ਲੂ ਅਸੇ ਖੰਡਨ ਹੈ। ਅਤੇ ਦੀਪਾਂ ਜਿੱਡਾ ਬਣ ਜਾਵੇ, ਲੋਕਾਂ ਜੋਗਾ ਜਿੰਨਾ ਲੋਕਾਂ ਜਿੱਡਾ ਬਣ ਜਾਵੇ, ਸੇ ਖੰਡਨ ਅਤੇ ਨਵਾਂ ਖੰਡਾਂ ਜੈਸਾ ਆਕਾਰ ਬਣਾ ਲਵੇ, ਐਡਾ ਵੱਡਾ ਸਮਰੱਥ ਬਣ ਜਾਵੇ, ਐਡੀ ਦੇਹ ਫੈਲਾ ਲਵੇ, ਆਪਦੀ ਐਡੀ ਲੰਮੀ ਕਰ ਲਵੇ। ਗਸ਼ੇਣ ਨੈਣ ਪਾਰੇਣ ਤੇ ਜਿੱਥੇ ਜਾਣਾ ਚਾਹੇ ਅੱਖ ਦੇ ਫਰਕ ਵਿੱਚ ਹੀ ਜਾਇਆ ਆਵੇ, ਗੱਛੇ ਆਵੇ, ਜਾਇਆ ਆਵੇ, ਜਿੱਥੇ ਜਾਣਾ ਚਾਹੇ। ਅਪਰਤਹਦ ਗੱਲ ਸਿੱਧੀ ਹੈ, ਸੰਕਲਪ ਦੇ ਨਾਲ ਜਿੱਥੇ ਜਾਣਾ ਚਾਹੇ ਚਲੇ ਜਾਣਾ ਸਿੱਧ ਨੇ। ਇਹ ਅੱਖ ਦੇ ਖੋਲਣ ਮੀਚਣ ਨਾਲ ਜਿੱਥੇ ਜਾਣਾ ਚਾਹੇ ਜਾਇਆ ਆਵੇ। ਨਾਨਕ ਬਿਨਾ ਸਾਧੂ ਨਾ ਸਿੱਧਿਆ। ਸਾਧੂ ਸ੍ਰੇਸ਼ਟ ਮਹਾਂਪੁਰਖ ਤੱਤ ਵੇਤਿਆਂ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ। ਇਹਦੀਆਂ ਸਿੱਧੀਆਂ ਦਾ ਮਾਲਕ ਭਾਵੇਂ ਬਣ ਜਾਵੇ, ਮੁਕਤ ਨਹੀਂ ਕੋਈ ਵੀ ਕਰ ਸਕਦਾ। ਜਾਣੋ ਸਤ ਹੋਵੰਤੂ ਮਰਨੋ। ਹਜ਼ੂਰ ਫਰਮਾਉਂਦੇ ਨੇ, ਹੇ ਭਾਈ ਜਾਣਨਾ ਕਰੋ ਸਤ ਹੋਵੰਤੋ। ਮਰਨੋਂ ਜਿਹੜਾ ਮਰਨਾ ਇਹ ਸਤ ਹੁੰਦਾ। ਸਾਰੇ ਕਹਿੰਦੇ ਆ ਮਰ ਜਾਣਾ ਮਰ ਜਾਣਾ, ਪਰ ਮਰਨ ਦੀ ਰਹਿਤ 'ਚ ਕੋਈ ਕਰੋੜਾਂ ਵਿੱਚੋਂ ਹੈ। ਇਹ ਜਾਣਨਾ ਕਰੋ ਕਿ ਸਤ ਹੈ ਇਹ ਮਰਨਾ ਜਿਹੜਾ ਹੈ। ਦ੍ਰਿਸ਼ਟੀਨ ਮਿਥਿਆ। ਜੋ ਕੁਝ ਦਿਸ ਰਿਹਾ ਹੈ ਸਾਰਾ ਮਿਥਿਆ ਹੋਇਆ ਹੀ ਪ੍ਰਤੀਤ ਹੋ ਰਿਹਾ, ਇਹਨੂੰ ਸਤ ਮੰਨ ਰਹੇ ਹਾਂ। ਕੀਰਤ ਸਾਥ ਚਲੰਥੂ। ਪਰਲੋਕ ਵਿੱਚ ਮਹਾਰਾਜ ਦੀ ਕੀਰਤਨ ਭਗਤੀ ਜਿਹੜੀ ਕੀਤੀ ਹੋਈ ਹੈ, ਇਹ ਸਾਥ ਚੱਲੇਗੀ ਸਹਾਇਤਾ ਕਰਨ ਵਾਸਤੇ। ਪਣੰਤ ਨਾਨਕ ਸਾਧ ਸੰਗੀ। ਕੀਰਤਨ ਵੀ ਕਿਹਦਾ ਚੱਲੇਗਾ? ਜਿਹੜੇ ਸਾਧ ਸੰਗਤ 'ਚ ਮਿਲ ਕੇ ਉਚਾਰਦੇ ਹਨਗੇ। ਸਤਸੰਗ 'ਚ ਮਿਲ ਕੇ ਲਾਲਚ ਤੋਂ, ਲਿਵਸਾ ਤੋਂ, ਵਡਿਆਈ ਤੋਂ, ਹੰਗਤਾ ਤੋਂ ਰਹਿਤ ਹੋ ਕੇ ਜੋ ਉਚਾਰਨ ਕਰਦੇ ਹੈ, ਇਹ ਕੀਰਤਨ ਭਗਤੀ ਨਾਲ ਉਹਨਾਂ ਦੇ ਚੱਲੇਗੀ ਪਰਲੋਕ ਵਿੱਚ। ਮਾਇਆ ਚਿਤ ਪਰਮੇਣ। ਇਹ ਜਿਹੜੀ ਮਾਇਆ ਐਸੀ ਪਰਵਲ ਹੈ ਭਾਈ, ਇਹਨੂੰ ਸਾਰਿਆਂ ਦੇ ਚਿੱਤ ਨੂੰ ਪ੍ਰਵੇਨ ਪਰਮਾ ਲਿਆ ਹੈ। ਇਸ਼ਟ ਮਤਰੇਖ ਬਾਂਧਵ ਹੈ। ਇਸ਼ਟ ਜਿਹੜੇ ਪਿਆਰੇ ਹਨ ਦੇਵੀ ਦੇਵਤੇ, ਉਹ ਵੀ ਭੇਟਾ ਮੰਗਦੇ ਹੈ ਵੀ ਸਾਡੇ ਬੱਲੇ ਬੱਕਰੇ ਛਤਰੇ ਭੇਡਾਂ ਕੁਰਬਾਨ ਕਰੋ। ਇਸ ਪ੍ਰਕਾਰ ਦੀ ਹਾਲਤ ਹੈ। ਇਸ਼ਟ ਜੋ ਪਿਆਰੇ ਮਿੱਤਰ ਹਨਗੇ, ਇਸ਼ਟ ਮਿੱਤਰ ਜਿਹੜੇ ਹਨ, ਏਖ ਨਾ ਇਹਨਾਂ ਦੇ ਵਿਖੇ ਬਾਂਧਵ ਹੈ। ਬਾਂਧੋ ਸੰਬੰਧੀਆਂ ਦੇ ਵਿਖੇ ਵੀ ਮਾਇਆ ਨੇ ਸਾਰਿਆਂ ਦੇ ਚਿੱਤ ਨੂੰ ਪ੍ਰਮਾਦਤਾ ਹੈ। ਲਬਧੰ ਸਾਧ ਸੰਗੀਣ ਨਾਨਕ। ਇਹਨਾਂ ਤੋਂ ਬਚਣ ਵਾਸਤੇ ਮਾਇਆ ਦੇ ਮੋਹ ਭਰਮ ਤੋਂ ਸਾਧ ਸੰਗਤ ਚੋਂ ਪ੍ਰਾਪਤ ਹੁੰਦਾ ਹੈ। ਸੁਖ ਅਸਥਾਨ ਗੋਪਾਲ ਭਜਨ। ਜਿਹੜਾ ਗੋਪਾਲ ਪਰਮੇਸ਼ਰ ਦਾ ਭਜਨ ਹੈ, ਸੁਖ ਦਾ ਥਾਂ ਹੈ। ਗੋਪਾਲ ਦੇ ਭਜਨ ਕਰਨੇ ਕਰਕੇ ਸੁਖ ਰੂਪੀ ਜੋ ਸਰੂਪ ਰੂਪੀ ਥਾਂ ਹੈ,
ਇਹ ਸਾਧ ਸੰਗਤ ਵਿੱਚੋਂ ਪਰਮੇਸ਼ਰ ਦੇ ਭਜਨ ਕਰਕੇ ਪ੍ਰਾਪਤ ਹੁੰਦਾ ਹੈ। ਮੈਲਾਗਰ ਸੰਗੀਣ ਸਤਸੰਗ ਦੇ ਵਿੱਚ ਭਾਗਾਂ ਵਾਲੇ ਨਿਹਾਲ ਵੀ ਹੋ ਜਾਂਦੇ ਹੈ, ਜਿਹੜੇ ਨਿਰਭਾਗੇ ਉਹ ਖਾਲੀ ਵੀ ਰਹਿ ਜਾਂਦੇ। ਇਹ ਦ੍ਰਿਸ਼ਟਾਂਤ ਦਿੰਦੇ ਹਨ। ਮੈਲਾਗਰ ਸੰਗੀਣ ਜਿਸ ਪ੍ਰਕਾਰ ਮੈਲਾਗਰ 52 ਚੰਨਣ ਦੀ ਸੰਗੇਨ ਸੰਗਤ ਕਰਕੇ ਨਿੰਮ ਬਿਰਖ ਸੇ ਚੰਦਨ ਹੈ। ਨਿੰਮ ਦਾ ਬਿਰਸ਼ ਭਾਵੇਂ ਕੌੜਾ ਹੀ ਹੁੰਦਾ ਹੈ, ਸੇ ਉਹ ਜਿਹੜਾ ਬਿਰਸ਼ ਹੈ ਨਿੰਮ ਦਾ, ਉਹਦੇ ਚੰਨਣ ਦੀ ਮਹਿਕ ਪੈ ਜਾਂਦੀ ਹੈ। ਉਹ ਕੁੜਤੋਂ ਗਵਾ ਕੇ ਉਹਦੇ ਚ ਮਹਿਕ ਆਉਣ ਲੱਗ ਜਾਂਦੀ, ਚੰਨਣ ਹੀ ਬਣ ਜਾਂਦਾ ਹੈ। ਨਿਕਟ ਬਸੰਤੂ ਬਾਂਸੂ ਤੇ ਬਾਂਸ ਚੰਨਣ ਦੀਆਂ ਜੜਾਂ ਵਿੱਚ ਹੀ ਭਾਵੇਂ ਬਸਦਾ ਹੈ। ਨਾਨਕ ਅਹੰ ਬੁੱਧ ਨਾ ਬੋਹਤੇ ਜਿਹੜਾ ਬਾਂਸ ਆ ਉਹ ਸੁਗੰਧੀ ਤੋਂ ਖਾਲੀ ਰਹਿ ਜਾਂਦਾ। ਉਹ ਬਾਂਸ ਵਿੱਚ ਕਾਰਨ ਕੀ ਕਹਿੰਦੇ, ਹੰਕਾਰ ਵਾਲੀ ਬੁੱਧੀ ਹੈ ਬਾਂਸ ਵਿੱਚ। ਕਹਿੰਦਾ ਇਹ 52 ਉਂਗਲੀ ਦਾ ਚੰਨਣ ਮੇਰੀ ਕੀ ਰੀਸ ਕਰ ਸਕਦਾ ਹੈ, ਮੇਰੀ 2 ਟੋਰੀਆਂ ਜਿੰਨਾ ਇਹ ਲੰਮਾ ਨਹੀਂ ਹੈ। ਇਹ ਹੰਕਾਰ ਵਾਲੀ ਬੁੱਧੀ ਹੈ ਉਹਦੇ ਅੰਦਰ। ਹੰਕਾਰ ਵਾਲੀ ਬੁੱਧੀ ਕਰਕੇ ਬਾਂਸ ਵਿੱਚ 5 ਦੋਸ਼ ਮੰਨੇ ਹੈ। ਇੱਕ ਤਾਂ ਸਿਰਤਾਂ ਹੁੰਦੀਆਂ, ਇੱਕ ਵੱਡਾ ਪੁਣੇ ਦਾ ਮਾਣ ਹੁੰਦਾ ਹੈ, ਦੂਜੀਆਂ ਗੰਢਾਂ, ਤੀਜੀਆਂ ਗੰਢਾਂ ਹੁੰਦੀਆਂ, ਚੌਥਾ ਸਾਧ ਸੰਗਤ ਜੀ ਉਸ ਦੇ ਅੰਦਰ ਪੋਲਾ ਪੁਣਾ ਹੁੰਦਾ ਹੈ, ਅਤੇ ਪੰਜਵਾਂ ਉਹਦੇ ਅੰਦਰ ਸਾਧ ਸੰਗਤ ਜੀ ਕੁਲ ਘਾਟੀ ਹੁੰਦਾ ਹੈ। ਇਹ 5 ਦੋਸ਼ ਹੋਣੇ ਕਰਕੇ ਬਾਂਸ ਵਿੱਚ ਮਹਿਕ ਨਹੀਂ ਪੈਂਦੀ। ਇਸੇ ਪ੍ਰਕਾਰ ਜਿਹੜਾ ਪੁਰਸ਼ ਸਤਸੰਗ ਦੇ ਨੇੜੇ ਰਹਿੰਦਾ ਹੈ ਤੇ ਇਹਨਾਂ ਔਗੁਣਾਂ ਦੇ ਨਾਲ ਉਹਦੇ ਅੰਦਰ ਵੀ ਸਤਸੰਗਤ ਵਾਲੇ ਗੁਣ ਭਗਤੀ ਦੀ ਮਹਿਕ ਨਹੀਂ ਪੈਂਦੀ ਹੈ। ਇੱਕ ਤਾਂ ਹੰਕਾਰ ਵਾਲੀ ਬੁੱਧੀ ਹੁੰਦੀ ਕਿ ਮੇਰੇ ਵਰਗਾ ਇਹ ਰੀਸ ਕਰ ਸਕਦਾ, ਮੈਂ ਏਡਾ ਵੱਡਾ, ਮੈਂ ਏਡਾ ਸਿਆਣਾ। ਇਹ ਵਡਿਆਈ ਚ ਵੱਡਾ ਪੁਣਾ ਹੈ। ਤੇ ਵਰਨਾ ਸਰਵਾਂ ਦੀਆਂ ਗੰਢਾਂ 'ਚ ਫਸਿਆ ਵੀ ਮੈਂ ਫਲਾਣੇ ਵਰਨ ਦਾ, ਮੈਂ ਫਲਾਨੀ ਜਾਤ ਦਾ, ਮੈਂ ਫਲਾਨੀ ਕੌਮ ਦਾ ਹਾਂ। ਅਤੇ ਇਸੇ ਪ੍ਰਕਾਰ ਈਰਖਾ ਕਰਦਾ, ਦੂਏ ਬਰਾਬਰ ਦੇ ਨਾਲ ਈਰਖਾ ਕਰਦਾ। ਇਹ ਸਿਰਤਾਂ ਇਹਦੇ ਵਿੱਚ। ਫਿਰ ਇਸੇ ਪ੍ਰਕਾਰ ਸਾਧ ਨਹੀਂ ਪੋਲਾ ਧਾਰਨ ਸ਼ਕਤੀ ਤੋਂ ਹੀਣਾ ਹੈ। ਇੱਕ ਕੰਨ ਸੁਣਦਾ ਹੈ, ਜਿਉਂ ਬਾਂਸ ਵਜਾਈਏ ਫੂਕ, ਦੂਏ ਕੰਨ ਨਿਕਲ ਜਾਂਦੀ ਹੈ। ਇਹ ਪੋਲਾ ਪੁਣਾ ਹੈ। ਤੇ ਕੁਲ ਘਾਟੀ ਪੁਣਾ ਸਾਧ ਸੰਗਤ ਜੀ ਇਸੇ ਪ੍ਰਕਾਰ ਆਪ ਦੀ ਕੁਲ ਨੂੰ ਆਪ ਹੀ ਗਾਲਦਾ ਰਹਿੰਦਾ ਹੈ, ਆਪਣੇ ਜਾਤ ਭਾਈਆਂ ਦੇ ਨਾਲ ਵੈਰ ਕਰਦਾ ਰਹਿੰਦਾ ਹੈ। ਇਸ ਪ੍ਰਕਾਰ ਇਹ ਕੁਲ ਘਾਟੀ ਪੁਣਾ ਹੈ। ਇਹ 5 ਦੂਸ਼ਣ ਹੋਣੇ ਕਰਕੇ ਪੁਰਖ 'ਚ ਵੀ ਸਤਸੰਗਤ ਦੀ ਮਹਿਕ ਚੰਨਣ ਦੀ ਨਹੀਂ ਪੈਂਦੀ। ਮਹਾਤਮਾ ਦੇ ਕੋਲੇ ਰਹਿੰਦੇ ਆ, 5 ਦੋਸ਼ ਕਰਕੇ ਉਹ ਗੁਣ ਧਾਰਨ ਨਹੀਂ ਕਰ ਸਕਦੇ। ਨਿੰਮ ਭਾਵੇਂ ਕੌੜੀ ਹੁੰਦੀ ਹੈ ਪਰ ਉਹਦੇ ਚੰਨਣ ਪੈ ਜਾਂਦੇ। ਉਹ ਜਿਗਿਆਸੂ ਭਾਵੇਂ ਉਹਨਾਂ ਦੇ ਕੌੜੇ ਸੁਭਾਅ ਪ੍ਰਤੀਤ ਹੁੰਦੇ ਆ, ਪਰ ਮਹਾਰਾਜ ਦੀ ਭਗਤੀ ਕਰਕੇ ਉਹ ਵੀ ਮਹਾਰਾਜ ਦੀ ਭਗਤੀ ਦੀ ਮਹਿਕ ਵਾਲੇ ਬਣ ਜਾਂਦੇ, ਉਹਨਾਂ ਨੂੰ ਨਾਂ ਚੰਨਣ ਪੈ ਜਾਂਦਾ ਹੈ। ਗਾਥਾ ਗੁੰਫ ਗੋਪਾਲ ਕਥਮ ਸਾਧ ਸੰਗਤ ਜੀ ਜੋ ਇਹ ਗਾਥਾ ਬਾਣੀ ਹੈ ਗਿਆਨ ਰੂਪੀ ਥਾਂ ਦੇ ਦੇਣ ਵਾਲੀ, ਇਹਦੀ ਗੁੰਫ ਗੁੰਥਨ ਕੀਤੀ ਹੈ ਗੋਪਾਲ ਅਕਾਲ ਪੁਰਖ ਦੀ ਕਥਾ। ਉਸ ਸਰੂਪ ਲੱਖਣਾ ਕਰਕੇ, 83 ਲੱਖਣਾ ਕਰਕੇ ਉਸ ਪਰਮੇਸ਼ਰ ਦੀ ਕਥਾ ਦਾ ਗੁੰਥਨ ਕੀਤਾ ਹੋਇਆ ਇਹਦੇ ਵਿੱਚ। ਮਥੰ ਮਾਨ ਮਰਦਨ ਹੈ, ਜਿਹੜਾ ਇਸ ਨੂੰ ਮਥੇਗਾ ਵਿਚਾਰੇਗਾ ਉਹਦੇ ਮਾਨ ਨੂੰ ਮਲ ਛਟੇਗੀ, ਮਾਨ ਨੂੰ ਮੇੜ ਦੇਵੇਗੀ। ਇਸ ਕਰਕੇ ਸੰਤ ਮਹਾਤਮਾ ਜਿਨ੍ਹਾਂ ਦੇ ਮਾਨ ਮਲੇ ਗਏ ਹੈ ਉਹ ਮਥੰ ਵਿਚਾਰਦੇ ਰਹਿੰਦੇ ਹਨ ਇਸ ਗਾਥਾ ਬਾਣੀ ਦੇ ਤਾਈਂ। ਹਤੰ ਪੰਜ ਸਤਰੇਣ, ਅਤੇ ਹਤੰ ਨਾਸ਼ ਕਰ ਲੈਂਦੇ ਉਹ 5 ਸ਼ਤਰੂਆਂ ਨੂੰ। 5 ਸ਼ਤਰੂ ਕੌਣ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਨੂੰ ਮਾਰ ਲੈਂਦੇ ਹਨ ਉਹ। ਨਾਨਕ ਹਰ ਬਾਣੀ ਪਰਹਾਰਨ ਹੈ। हे ਮਹਾਰਾਜ ਜੀ ਇਹ ਕਾਮ ਕ੍ਰੋਧ ਕਿਵੇਂ ਮਾਰ ਲੈਂਦੇ ਆ? ਕਹਿੰਦੇ ਹਰੀ ਦੇ ਨਾਮ ਦਾ ਜਿਹੜਾ ਪ੍ਰੇਮ ਹੈ ਤੀਰ ਚਲਾਉਂਦੇ ਆ, ਪ੍ਰੇਮ ਕੇ ਇਸ ਤਰ੍ਹਾਂ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਪ੍ਰੇਮ ਦੀਆਂ ਕਾਨੀਆਂ ਲਾ ਲਾ ਕੇ ਹਰੀ ਦੇ ਨਾਮ ਨਾਲ ਉਹ ਮਾਰ ਲੈਂਦੇ ਨੇ, ਵਕਾਰਾਂ ਨੂੰ ਮੇਟ ਲੈਂਦੇ ਹਨ। ਬਚਨ ਸਾਧ ਸੁਖ ਪੰਥਾ, ਜਿਹੜੇ ਸਾਧੂ ਸਤਿਗੁਰਾਂ ਦੇ ਜਿਹੜੇ ਬਚਨ ਹੈ ਇਹ ਸੁਖ ਦਾ ਪੰਥਾ ਰਸਤਾ ਹੈ, ਗਾਡੀ ਰਾਹ ਹੈ, ਗੁਰਮੁਖ ਗਾਡੀ ਰਾਹ ਚਲਾਇਆ। ਲਹੰਥਾ ਵੱਡ ਕਰਮਣ ਹੈ, ਜਿਨ੍ਹਾਂ ਦੇ ਵੱਡੇ ਨਿਸ਼ਕਾਮ ਕਰਮ ਕੀਤੇ ਹੋਏ ਪੂਰਵਲੇ ਜਨਮਾਂ ਦੇ, ਉਹਨੂੰ ਲਹੰਥਾ ਪ੍ਰਾਪਤ ਹੁੰਦਾ ਹੈ। ਸੁਖ ਸੰਗਤ ਦਾ ਮਾਰਗ, ਭਗਤੀ ਸਹਿਤ ਗਿਆਨ। ਰਹੰਤਾ ਜਨਮ ਮਰਣੀ, ਉਹ ਮਹਾਂਪੁਰਖ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।
ਜੰਮਣ ਮਰਨ ਵਿੱਚ ਨਹੀਂ ਆਉਂਦੇ ਉਹ ਫੇਰ। ਰਮਣੰ ਨਾਨਕ ਹਰ ਕੀਰਤਨ ਹੈ। ਰਮਣ ਉਚਾਰਨ ਕਰਦੇ ਹੈ ਜੋ ਸੁੰਦਰ ਹਰੀ ਦੇ ਕੀਰਤਨ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ। ਪੱਤਰ ਪੁਰਜੇਣ ਝੜੀਆਂ। ਸਾਧ ਸੰਗਤ ਜੀ ਬਿਰਧ ਅਵਸਥਾ ਦੀ ਹਾਲਤ ਦੱਸਦੇ ਹਨ ਸਤਿਗੁਰੂ ਜੀ। ਪੱਤਰ ਪੁਰਜੇਣ ਝੜੀਆਂ। ਜਿਸ ਪ੍ਰਕਾਰ ਪੱਤਰ ਪੁਰਜੇਣ ਮਾਘ ਤੇ ਫੱਗਣ ਦੇ ਮਹੀਨੇ 'ਚ ਸਿਸਰ ਰੁੱਤ ਹੁੰਦੀ ਹੈ, ਉਦੋਂ ਪੱਤਝੜੀ ਰੁੱਤ ਇਹਨੂੰ ਕਹੀਦਾ ਹੈ। ਪੱਤਰ ਭੁਰ ਜਾਂਦੇ ਹਨਗੇ ਜਿਸ ਪ੍ਰਕਾਰ ਪੱਤਝੜੀ ਰੁੱਤ ਵਿੱਚ। ਨਹਿ ਜੜੀਆਂ ਪੇੜ ਸੰਪਤਾ। ਉਹ ਜਿਹੜੇ ਪੇੜ ਬੂਟੇ ਹੁੰਦੇ ਆ ਉਹਨਾਂ ਦੀਆਂ ਸੰਪਦਾ ਡਾਹਣੀਆਂ ਜਿਹੜੀਆਂ ਹੁੰਦੀਆਂ ਹਨ, ਉਹਨਾਂ 'ਚ ਫੇਰ ਜਿਹੜੇ ਇੱਕ ਵਾਰੀ ਝੜ ਜਾਂਦੇ ਪੱਤੇ ਜੜੇ ਨਹੀਂ ਜਾਂਦੇ, ਉਹ ਸਾਰੇ ਪੱਤਰੇ ਜਿਹੜੇ ਝੜ ਜਾਂਦੇ ਹਨ। ਇਸੇ ਪ੍ਰਕਾਰ ਸਰੀਰਕ ਬਿਰਸ਼ ਦੀ ਨਹੀਂ ਆਈ ਹੈ, ਬਿਰਧ ਅਵਸਥਾ ਪੱਤਝੜੀ ਰੁੱਤ ਦੀ ਨਹੀਂ ਆਈ ਹੈ। ਇਹਦੇ ਵਿੱਚ ਜਿਹੜੇ ਪੱਤਰੇ ਕੌਣ ਇੰਦਰੀਏ ਸਿਥਲ ਪੈ ਜਾਂਦੇ ਹੈ। ਅੱਖੀਂ ਅੰਧ ਨਾ ਦੀਸੀ ਬਣ ਜਾ ਰਿਹਾ ਮਿੱਤਰਾ, ਕੰਨੀ ਸੁਣੇ ਨਾ ਬੈਣ, ਅੱਖਾਂ 'ਚ ਝੌਲਾ ਪੈਣ ਲੱਗ ਜਾਂਦਾ ਹੈ, ਧੁੰਦ ਪੈਣ ਲੱਗ ਜਾਂਦੀ ਹੈ, ਕੰਨਾਂ 'ਚ ਉੱਚਾ ਸੁਣਨ ਲੱਗ ਜਾਂਦਾ ਹੈ। ਇਸ ਤੋਂ ਇੰਦਰੀਏ ਜਿਹੜੇ ਗੋਲਕਾਂ 'ਚ ਬਹਿ ਜਾਂਦੇ ਹਨ, ਗੋਲਕਾਂ ਜਿਹੜੀਆਂ ਦਬ ਜਾਂਦੀਆਂ ਹਨ, ਸਰੀਰ ਦੀ ਕਿਰਿਆ ਸਿਥਲ ਹੋ ਜਾਂਦੀ ਹੈ। ਇਉਂ ਇਹ ਪੱਤਝੜੀ ਰੁੱਤ ਹੈ ਜਿਹੜੀ ਬਿਰਧ ਅਵਸਥਾ ਹੈ। ਨਹਿ ਜੜੀਆਂ ਪੇੜ ਸੰਪਤਾ। ਫੇਰ ਪੇਡਾ ਸਰੀਰ ਜਿਹੜਾ ਦੀਆਂ ਸੰਪਦਾ ਡਾਹਣੀਆਂ ਜਿਹੜੀਆਂ ਗੋਲਕਾਂ ਹੈ, ਇਹਨਾਂ ਵਿੱਚ ਜੜੀਆਂ ਨਹੀਂ ਰਹਿੰਦੀਆਂ, ਉਹ ਸਾਰੀਆਂ ਸਿਥਲ ਪੈ ਜਾਂਦੀਆਂ, ਇੰਦਰੀਆਂ ਕਿਰਿਆ ਨਹੀਂ ਕਰ ਸਕਦੀਆਂ ਕੋਈ। ਨਾਮ ਵਿਹੂਣ ਬਿਖਮਤਾ ਨਾਨਕ। ਇਸ ਪ੍ਰਕਾਰ ਬਿਰਧ ਅਵਸਥਾ 'ਚ ਪਹਿਲਾਂ ਹੀ ਇੰਦਰੇ ਸਾਰੇ ਦੰਦਾਂ ਕੰਨਾਂ ਲੋਹਣਾ ਇਹਨਾਂ ਦਿੱਤੀ ਹਾਰ। ਸ਼ੇਖ ਫਰੀਦਾ ਚੱਲ ਗਏ ਤੇਰੇ ਬਾਲ ਸਿਖਾਈ ਯਾਰ, ਇਤਿਆਦਿਕ ਬਾਹਰਲੇ ਬਚਨਾਂ ਵਿੱਚ ਵਾਕ ਹਨ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ। ਨਾਮ ਵਿਹੂਣ ਬਿਖਮਤਾ ਨਾਨਕ। ਇਉਂ ਪੱਤਰ ਪੁਰਜੇਣ ਝੜੀਆਂ। ਜਿਸ ਵੇਲੇ ਸਰੀਰ ਬਿਰਸ਼ ਹੈ, ਇਹਦੇ ਇੰਦਰੀਏ ਰੂਪੀ ਪੱਤਰੇ ਪੁਰਜੇਣ ਇਸ ਸਿਸਰ ਰੁੱਤ ਵਿੱਚ ਝੜ ਜਾਂਦੇ ਬਿਰਧ ਅਵਸਥਾ 'ਚ ਆ ਕੇ। ਨਹਿ ਜੜੀਆਂ ਪੇੜ ਸੰਪਤਾ। ਇਸੇ ਪ੍ਰਕਾਰ ਪੇੜ ਸੰਪਦਾ ਇਹ ਸੰਸਾਰਿਕ ਬਿਰਸ਼ ਦੀ ਨਿਆਈ ਹੈ, ਤੇ ਜਿਹੜੇ ਜੀਵਨ ਸਾਰੇ ਪੱਤਿਆਂ ਦੀ ਨਿਆਈ ਲੱਗੇ ਹੋਏ ਹੈ। ਜਦੋਂ ਮ੍ਰਿਤੂ ਦਾ ਸਮਾਂ ਆਉਂਦਾ ਹੈ, ਉਸ ਵੇਲੇ ਪੱਤਰ ਪੁਰਜੇਣ ਵਾਲੀ ਰੁੱਤ ਪੱਤਝੜੀ ਰੁੱਤ ਆ ਜਾਂਦੀ ਹੈ। ਉਸ ਰੁੱਤ ਤੇ ਜਿਹੜੇ ਪੱਤਰੇ ਬਿਰਸ਼ ਸੰਸਾਰ ਰੂਪੀ ਬਿਰਸ਼ ਨਾਲ ਇੱਕ ਵਾਰੀ ਟੁੱਟ ਜਾਂਦੇ ਹੈ, ਮੁੜ ਕੇ ਨਹੀਂ ਫੇਰ ਜੜੇ ਜਾਂਦੇ ਇਹਨਾਂ ਡਾਹਣੀਆਂ ਨਾਲ। ਉਹਨਾਂ ਕੋਲਾਂ ਵਿੱਚ ਉਹਨਾਂ ਮਾਤ ਪਿਤਾ ਦੇ ਪੁੱਤਰ ਨਹੀਂ ਫੇਰ ਬਣਿਆ ਜਾਂਦਾ। ਇਸ ਪ੍ਰਕਾਰ ਐਸੀ ਜਿਨ੍ਹਾਂ ਮਾਤਾ ਪਿਤਾ ਉਤਪੱਤ ਹੋਇਆ, ਫਰੀਦਾ ਕਿੱਥੇ ਕਹਿੰਦੇ ਮਾਪਿਆ ਜਿੰਨੀ ਤੂੰ ਜਾਣੇ ਉਹ ਹੈ, ਤੈਂ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣਿਓ ਹੈ। ਫਿਰ ਨਾ ਡਾਹਣੀਆਂ ਦੇ ਨਾਲ ਸਾਗ ਸੰਬੰਧਾਂ ਦੇ ਨਾਲ ਨਹੀਂ ਮੁੜ ਕੇ ਜੜੇ ਜਾਈਦਾ। ਨਾਮ ਵਿਹੂਣ ਬਿਖਮਤਾ ਨਾਨਕ। ਇਸ ਪ੍ਰਕਾਰ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਬਿਖਮਤਾ ਬੜੀ ਕਠਿਨਤਾ ਹੀ ਹੁੰਦੀ ਹੈ ਅੰਤ ਦੇ ਵੇਲੇ। ਬਹੰਤ ਜੋਨ ਬਾਸਰੂ ਰਹਿਣੀ। ਜਿਵੇਂ ਸਾਧ ਸੰਗਤ ਜੀ ਪੱਤਰ ਰੁੜ ਕਰਕੇ ਨਦੀਆਂ 'ਚ ਜਾ ਪੈਂਦੇ ਹੈ, ਇਵੇਂ ਬਹੰਤ ਰੁੜਿਆ ਰਹਿੰਦਾ ਹੈ ਆਸਾ ਰੂਪੀ ਨਦੀ 'ਚ, ਕਾਰ ਰੂਪੀ ਨਦੀ 'ਚ ਰਾਤ ਦਿਨੇ ਸੰਕਲਪਾਂ ਵਿਕਲਪਾਂ ਦੀਆਂ ਲਹਿਰਾਂ 'ਚ ਡੁੱਬਿਆ ਹੀ ਰਹਿੰਦਾ ਹੈ। ਭਾਵਨੀ ਸਾਧ ਸੰਗੀਣ। ਭਾਗਾਂ ਵਾਲੇ ਪੁਰਖਾਂ ਦੀ ਭਾਵਨੀ ਸਰਦਾ ਲੱਗਦੀ ਹੈ ਸਾਧ ਸੰਗਤ ਵਿੱਚ ਜਿਨ੍ਹਾਂ ਦੀ। ਲਬੰਤੰ ਵੱਡ ਭਾਗਣ ਹੈ। ਇਹ ਵੱਡਿਆਂ ਭਾਗਾਂ ਵਾਲਿਆਂ ਨੂੰ ਸਤਸੰਗਤ ਦੇ ਵਿੱਚੋਂ ਪਰਮੇਸ਼ਰ ਦੀ ਜਿਹੜੀ ਸਰਦਾ ਹੈ, ਭਾਗ ਉਹੀ ਵਿਦਤੇ ਦੇਵਾ। ਆਪਨ ਬਾਪਾ ਨਹੀਂ ਕਿਸੇ ਕੋ ਭਾਵਨ ਕੋ, ਹਰ ਰਾਜਾ ਰਵਿਦਾਸ ਜੀ ਨੇ ਕਿਹਾ। ਆਪਣੇ ਬਾਪੂ ਦਾ ਮੁੱਲ ਖਰੀਦੇ ਮਰੱਬਿਆਂ ਵਾਂਗੂ ਨਹੀਂ ਪਰਮੇਸ਼ਰ। ਤੇ ਸਰਦਾਵਾਨ ਨੂੰ ਲੱਭ ਤੇ ਗਿਆਨੀ ਜਿਹੜੇ ਭਾਵਨਾ ਕਰਦੇ ਉਹਦੇ ਗਿਆਨ ਸਰੂਪ ਨੂੰ ਪ੍ਰਾਪਤ ਕਰਦੇ ਹੈ। ਇਸ ਕਰਕੇ ਕਹਿੰਦੇ ਹਨ ਲਬੰਤੰ ਵੱਡ ਭਾਗਣ ਹੈ। ਵੱਡਿਆਂ ਭਾਗਾਂ ਵਾਲੇ ਨਿਸ਼ਕਾਮ ਕਰਮ ਜਿਨ੍ਹਾਂ ਨੇ ਕੀਤੇ ਹੈ, ਉਹਨਾਂ ਨੂੰ ਸਾਧ ਸੰਗਤ 'ਚ ਪਰਮੇਸ਼ਰ ਦੀ ਭਾਵਨਾ ਹੁੰਦੀ ਹੈ। ਸਾਧ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇਹ ਉਹਨਾਂ ਨੂੰ ਸਰਦਾ ਪ੍ਰਾਪਤ ਹੁੰਦੀ ਹੈ ਸੰਗਤ ਵਿੱਚੋਂ। ਹਰ ਨਾਮ ਗੁਣ ਰਮਣੰ ਨਾਨਕ। ਉਹ ਹਰੀ ਦੇ ਨਾਮਾਂ ਨੂੰ ਉਚਾਰਦੇ ਹੈ, ਮਹਾਰਾਜ ਦੇ ਗੁਣਾਂ ਨੂੰ ਗਾਉਂਦੇ ਕੀਰਤਨ 'ਚ ਰਮਣੰ ਉਚਾਰਦੇ ਹਨ। ਸੰਸਾਰ ਸਾਗਰ ਨਹਿ ਵਿਆਪਣ ਹੈ। ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਸਮੁੰਦਰ ਨਹੀਂ ਫਿਰ ਉਹਨੂੰ ਵਿਆਪਦਾ, ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ ਹੋ ਜਾਂਦੇ ਹਨ।
ਗਾਥਾ ਗੂੜ ਅਪਾਰੰ। ਇਹ ਜਿਹੜੀ ਗਾਥਾ ਕਥਾ ਹੈ ਗਿਆਨ ਰੂਪੀ ਥਾਂ ਦੀ ਪ੍ਰਾਪਤੀ ਕਰਾਉਣ ਵਾਲੀ, ਇਹ ਗੂੜ ਗੁਪਤ ਤੋਂ ਗੁਪਤ ਹੈ, ਅਪਾਰੂ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਸਮਝਣੰ ਬਿਰਲਾ ਜਨ ਹੈ। ਕੋਈ ਬਿਰਲਾ ਅਧਿਕਾਰੀ ਹੈ ਉੱਤਮ, ਜਿਹਦੇ ਅੰਦਰੋਂ ਰਾਜਸੀ ਤਾਮਸੀ ਸਾਂਤਕੀ ਸੁਭਾਅ ਭੁੱਲ ਗਏ ਹੈ। ਉਹ ਤੁਰਿਆ ਪਰ ਚਿਸਤ ਹੋਣ ਵਾਲਾ ਕੋਈ ਬਿਰਲਾ ਜਨ ਹੈ ਜਿਹੜਾ ਸਮਝਦਾ ਹੈ ਸਰੂਪ ਨੂੰ। ਸੰਸਾਰ ਕਾਮ ਤਜਣੰ। ਜਿਹੜਾ ਸੰਸਾਰ ਦੀ ਕਾਮਨਾ ਛੱਡ ਦਿੰਦਾ ਉੱਕਾ ਹੀ, ਐਸਾ ਮਨ ਅਡੋਲ ਹੋ ਜਾਂਦਾ ਹੈ। ਵਿੱਚੇ ਰਹਿੰਦਾ ਹੋਇਆ ਵਿੱਚ ਕਮਲ ਰਹੇ ਜਿਉ ਪਾਣੀ ਹੈ, ਐ ਪਦਾਰਥਾਂ ਰਹਿੰਦਾ ਕਮਲ ਵਾਂਗੂ ਨਿਰਲੇਪ ਰਹਿੰਦਾ। ਜਿਹੜਾ ਸੰਸਾਰ ਦੀ ਕਾਮਨਾ ਤਿਆਗ ਦਿੰਦਾ ਹੈ ਜੋ ਪੁਰਖ। ਨਾਨਕ ਗੋਬਿੰਦ ਰਮਣੰ ਸਾਧ ਸੰਗ ਮਹਿ। ਅਤੇ ਸਾਧ ਸੰਗ ਚ ਮਿਲ ਕੇ ਗੋਬਿੰਦ ਦਾ ਉਚਾਰਨ ਕਰਦੇ ਹੈ। ਉਹ ਸੰਸਾਰ ਦੀਆਂ ਕਾਮਨਾ ਤੇ ਕੰਮ ਛੱਡ ਬੈਂਦਾ ਹੈ, ਕਰਦਾ ਹੋਇਆ ਨਾ ਕਰਦਾ ਹੈ। ਸੁਮੰਤਰ ਸਾਧ ਬਚਨਾ। ਇਹ ਸਾਧ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਾਧ ਪਠਾਏ ਆਮ ਤੋਂ ਹਮ ਤੁਮ ਤੇ ਨਹੀਂ ਦੂਰ। श्रेष्ठ वचन गुरु साहब दे श्रेष्ठ मंत्र है। कोट दुख विनाशन है। करोड़ों जन्मों के जो दोष है शब्द स्पर्श रूप रस गंध दे उन्हें नाश करने वाला ये श्रेष्ठ मंत्र है भाई। काम क्रोध रूपी सप्पा नूं कीलन वास्ते वश करने वास्ते। हर चरण कमल ध्यान। जो हरि दे चरणों कमलों चित्त दी वृत्ति दा ध्यान लाउंदे हन। नानक कुल समूह उदाहरण है। उदों भाई एक कुल की समूह जिन्नियां कुलां जदों दा पैदा होए है, जिस कुल विच ओह सारियां कुलां दा आधार कर लैंदा है। आप मुक्त मुक्त करे संसार, नानक जन को सदा नमस्कार। समूह कुलां जो आसरी संपदा दबियां हुई दैवी कुलां उन्हां दा भी आधार कर लैंदा, विचार लैंदा है। सुंदर मंदिर सैन है। साध संगत जी सोहणे मंदिर लोग बनाउंदे है, बड़े चंगे। कोई शीश महल बना लेंदे है, कोई चूने गज बनाउंदे है, कोई संख मरमर लाउंदे है। सतगुरु महाराज साहब जी उन्हां मंदिरां नूं सुंदर दसदे हन। सुंदर मंदिर सैन है। सैने ओह हन है ओह सुंदर मंदिर। जेड़ मध्य हर कीर्तन है। बस्ता टूटी झुंपड़ी चीर सब छिन्ना पाए भली सुहावी छापरी जावे गुण गाए। जेण मध्य हर कीर्तन है। जिन्हां दे विच हरि दा कीर्तन हुंदा है ओही मंदिर सोहणे है। भावें ओह जिथे नाम जे परो प्यारे से असल सोयन चौबारे ਉਹ ਸੋਹਣੇ ਮੰਦਰ ਹਨ। ਜੇੜ ਮੱਧ ਹਰ ਕੀਰਤਨ ਹੈ। ਜਿਨ੍ਹਾਂ ਵਿੱਚ ਵਾਹਿਗੁਰੂ ਦਾ ਕੀਰਤਨ ਭਜਨ ਹੁੰਦਾ ਉਹ ਸਥਾਨ ਸ਼ੋਭਨੀਕ ਹਨਗੇ। ਇਸ ਤਰ੍ਹਾਂ ਸੁੰਦਰ ਉਹ ਮੰਦਰ ਅੰਤਾ ਕਰਨ ਸੈਣੇ ਉਹ ਬਰਾਜਣ ਵਾਲੇ ਨਿਰਵਕਲਪ ਸਮਾਧੀ ਚ ਸੌਣ ਵਾਲੇ ਉਹ ਸੋਹਣੇ ਅੰਤਾ ਕਰਨ ਰੂਪੀ ਮੰਦਰ ਹਨ। ਜੇੜ ਮੱਧ ਹਰ ਕੀਰਤਨ ਜਿਨ੍ਹਾਂ ਅੰਤਾ ਕਰਨਾਂ ਦੇ ਅੰਦਰ ਵਾਹਿਗੁਰੂ ਦਾ ਕੀਰਤਨ ਜਸ ਹੋ ਰਿਹਾ ਹੈ। ਮੁਕਤੇ ਰਮਣ ਗੋਬਿੰਦ ਹੈ। ਜੋ ਗੋਬਿੰਦ ਦਾ ਕਾਲ ਪੁਰਖ ਦਾ ਉਚਾਰਨ ਕਰਦੇ ਉਹ ਮੁਕਤ ਪੁਰਖ ਹੋ ਗਏ ਹਨ। ਜੰਮਣ ਮਰਨ ਚ ਨਹੀਂ ਆਉਂਦੇ ਫੇਰ। ਨਾਨਕ ਲਬਧਿੰ ਵੱਡ ਭਾਗਣ ਹੈ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਪੁਰਖਾਂ ਦੀ ਸੰਗਤ ਵੱਡਿਆਂ ਭਾਗਾਂ ਕਰਕੇ ਲੱਭਦੀ ਹੈ, ਐਵੇਂ ਨਹੀਂ ਪ੍ਰਾਪਤ ਹੋ ਜਾਂਦੀ। ਜਿਨ੍ਹਾਂ ਨੇ ਪੂਰਵ ਜਨਮਾਂ 'ਚ ਨਿਸ਼ਕਾਮ ਕਰਮ ਕੀਤੇ ਹੋਏ ਹੈ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਹਰ ਲਬਧੋ ਮਿੱਤਰ ਸੋ ਮਿੱਤੋ। ਹੇ ਪਿਆਰਿਓ ਹਰ ਲਬਧੋ ਮਿੱਤਰ ਸੋ ਮਿੱਤੋ। ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਜੋ ਸੰਤ ਹਨ ਉਹਨਾਂ ਨੇ ਹਰੀ ਸ੍ਰੇਸ਼ਟ ਮਿੱਤਰ ਨੂੰ ਲੱਭ ਲਿਆ ਹੈ। ਧੰਨ ਉਹ ਸੰਤ ਹਨ। ਦੁਨੀਆ ਦੇ ਮਿੱਤਰ ਜਿਹੜੇ ਹਨ ਇਹੋ ਜਿਹੇ ਮਿੱਤਰ ਹਨ ਜਿਨ੍ਹਾਂ ਮਿੱਤਰਾਂ ਦੇ ਨਾਲ ਪਿਆਰ ਕਰੀਏ ਤੇ ਪਿਆਰ ਕਰਦੇ ਹੈ, ਤੇ ਜਿਨ੍ਹਾਂ ਨਾਲ ਪਿਆਰ ਕਰੀਏ ਉਹ ਪਿਆਰ ਨਹੀਂ ਕਰਦੇ। ਇੱਕ ਇਹੋ ਜਿਹੇ ਮਿੱਤਰ ਹਨ। ਇੱਕ ਇਹੋ ਜਿਹੇ ਮਿੱਤਰਾਂ ਬਿਨਾਂ ਕਾਰਨ ਤੋਂ ਪਿਆਰ ਕਰਦੇ ਹਨ। ਸੰਤ ਮਹਾਤਮਾ ਸ੍ਰੇਸ਼ਟ ਮਿੱਤਰ ਹਨ। ਉਹਨਾਂ ਹਰੀ ਮਿੱਤਰ ਦੇ ਨਹੀਂ ਲੱਭ ਲਿਆ ਹੈ। ਕੈਸਾ ਹਰੀ ਹੈ ਸੁਮਿੱਤੋ। ਉਹ ਜਿਹੜਾ ਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਬਖਸ਼ਿੰਦ। ਐਸਾ ਸ੍ਰੇਸ਼ਟ ਮਿੱਤਰ ਹਰੀ ਹੈ। ਲੱਭਣੇ ਯੋਗ ਮਿੱਤਰਾਂ ਵਿੱਚੋਂ ਹਰੀ ਸ੍ਰੇਸ਼ਟ ਮਿੱਤਰ ਲੱਭ ਲਿਆ ਹੈ। ਵਿਦਾਰਨ ਕਦੇ ਨਾ ਚਿੱਤੋ। ਜਿਸ ਵਾਹਿਗੁਰੂ ਦਾ ਅੰਤਰਜਾਮੀ ਦਾ ਇਹੋ ਜਿਹਾ ਸੁੰਦਰ ਸੁਭਾਅ ਹੈ, ਬਦਾਰ ਆਪਦੇ ਪਿਆਰੇ ਚਿੱਤ ਨੂੰ ਨਹੀਂ ਕਦੇ ਬਦਾਰ ਦਾ ਢਾਉਂਦਾ। ਆਪਦੇ ਪਿਆਰੇ ਚਿੱਤ ਨੂੰ ਕਦੇ ਨਹੀਂ ਢਾਉਂਦਾ। ਇਹ ਉਸਦਾ ਅੰਤਰਜਾਮੀ ਦਾ ਸੁਭਾਅ ਹੈ। ਕਿਸੇ ਦਾ ਚਿੱਤ ਨਹੀਂ ਢਾਉਂਦਾ ਹੈ। ਉਹ ਸਾਰਿਆਂ ਦੇ ਨਾਲ ਪਿਆਰ ਕਰਦਾ ਹੈ, ਸਾਰਿਆਂ ਦਾ ਆਤਮਾ ਬਣਿਆ ਰਹਿੰਦਾ ਹੈ। ਇਹੋ ਜਿਹਾ
ਮਿੱਠ ਬੋਲੜਾ ਜੀ ਹਰ ਸੱਜਣ ਸਾਮੀ ਮੋਰਾ, ਹਉ ਸੰਭਲ ਥੱਕੀ ਜਿਉ ਕਦੇ ਨਾ ਬੋਲੇ ਕੌਰਾ। ਇਹੋ ਜਿਹਾ ਪਿਆਰਾ ਹੈ ਕਦੇ ਵੀ ਚਿੱਤ ਨਹੀਂ ਢਾਉਂਦਾ, ਹਰ ਵਕਤ ਚਿੱਤ ਨੂੰ ਉਤਸ਼ਾਹ ਬਖਸ਼ਦਾ ਰਹਿੰਦਾ ਹੈ। ਤੇ ਬਦਾਰਨ ਦਾ ਅਰਥ ਬਸਾਰਨ ਵੀ ਕਰਦੇ ਹੈ। ਉਹ ਜਿਹੜਾ ਜਿਹਦੇ ਚੇਤੇ ਆਉਣ ਲੱਗ ਜਾਂਦਾ ਉਹਨੂੰ ਚੇਤਿਓਂ ਨਹੀਂ ਭੁਲਾਉਂਦਾ, ਹਰ ਵਕਤ ਆਪਦਾ ਬਣਾ ਲੈਂਦਾ ਜਿਨ੍ਹਾਂ ਨੂੰ, ਉਹਨਾਂ ਨੂੰ ਹਰ ਵਕਤ ਚੇਤੇ ਰੱਖਦਾ। ਇਹੋ ਜਿਹਾ ਪਿਆਰਾ ਪਰਮੇਸ਼ਵਰ ਹੈ, ਉਹਨੂੰ ਕਦੇ ਬਦਾਰਨ ਬਸਾਰਨਾ ਨਹੀਂ ਚਾਹੀਦਾ ਚਿੱਤ ਵਿੱਚੋਂ, ਹਰ ਵਕਤ ਆਪਣਾ ਜੀਵਨ ਬਣਾਉਣਾ ਚਾਹੀਦਾ ਹੈ ਜਿਹੜਾ ਚਿੱਤ ਨੂੰ ਕਦੇ ਬਦਾਰ ਦਾ ਖੰਡਾਉਂਦਾ ਨਹੀਂ, ਢਾਉਂਦਾ ਨਹੀਂ ਹੈ। ਜਾ ਕਾ ਆਸਥਲ ਤੂਲ ਅਮਿਤ, ਵਿਸ਼ੇਸ਼ ਕਰਕੇ ਦਾਰਨ ਭਿਆਨਕ ਨਹੀਂ ਚਿੱਤ ਕਰਦਾ ਕਦੇ, ਹਰ ਵਕਤ ਉਹ ਪਿਆਰ ਹੀ ਕਰਦਾ ਹੈ, ਚਿੱਤ ਨੂੰ ਢਾਉਂਦਾ ਨਹੀਂ ਹੈ। ਜਾ ਕਾ ਆਸਥਲ ਤੂਲ ਅਮਿਤ, ਜਿਸ ਮਹਾਰਾਜ ਦਾ ਅਸਥਲ ਇੱਕ ਰਸ ਰਹਿਣ ਵਾਲਾ ਤੋਲ ਵਿਚਾਰ ਹੈ, ਜਿਸ ਦਾ ਵਿਚਾਰ ਮਿਣਤੀ ਤੋਂ ਰਹਿਤ ਹੈ ਤੇ ਇਸਤ ਕਰਨ ਵਾਲਾ ਅਧਿਸ਼ਠਾਨ ਸਰੂਪ ਵਿੱਚ ਇਹੋ ਜਿਹਾ ਵਿਚਾਰ ਹੈ ਉਸਦਾ, ਜਿਹੜਾ ਉਸ ਨੂੰ ਜਾਣਦਾ ਉਹਨੂੰ ਆਪ ਦਾ ਰੂਪ ਹੀ ਬਣਾ ਲੈਂਦਾ, ਉਹਨੂੰ ਅਚਲ ਮੂਰਤਨ ਭਉ ਪ੍ਰਕਾਸ਼ ਰੂਪ ਬਣਾ ਲੈਂਦਾ ਹੈ। ਐਸਾ ਮਿਣਤੀ ਤੋਂ ਰਹਿਤ ਉਸਦਾ ਵਿਚਾਰ ਹੈ। ਸੋਈ ਨਾਨਕ ਸਖਾ ਜੀ ਸੰਗ ਕਿਤੋ, ਹਜ਼ੂਰ ਕਹਿੰਦੇ ਹਨ ਉਹ ਹੀ ਭਾਈ ਸਖਾ ਮਿੱਤਰ ਆਪਣੇ ਹਿਰਦਿਆਂ ਦੇ ਨਾਲ ਹੀ ਰਹਿੰਦਾ ਹੈ, ਉਸ ਨੂੰ ਆਪਣਾ ਮਿੱਤਰ ਅਸੀਂ ਬਣਾਇਆ ਹੈ, ਸਾਰਿਆਂ ਦਾ ਸਾਖੀ ਰੂਪ ਹੋ ਕੇ ਵਰਤ ਰਿਹਾ ਹੈ। ਆਪ ਜਸਨ ਮਿਟਾਂਤ ਸਤ ਪੁੱਤਰ ਹੈ। ਸਾਧ ਸੰਗਤ ਜੀ ਜੇ ਚੰਗਾ ਪੁੱਤਰ ਕੁਲ ਚ ਪੈਦਾ ਹੋਵੇ, 100 ਪੁੱਤਰ ਵੀ ਨਿਕੰਮਾ ਹੈ ਜਿਹੜਾ ਸਤਸੰਗੀ ਨਾ ਹੋਵੇ ਤੇ ਭੈੜਾ ਹੋਵੇ। ਜੇ ਇੱਕ ਪੁੱਤਰ ਹੀ ਸਤਸੰਗੀ ਪੈਦਾ ਹੋ ਜੇ ਉਹ ਵੀ ਚੰਗਾ ਹੈ। ਉਹ ਕਿਹਾ ਜਿਹਾ ਪੁੱਤਰ ਹੁੰਦਾ ਜਿਹੜਾ ਪੈਦਾ ਹੋਵੇ। ਅਪ ਜਸਨ ਮਿਟਾਂਤ ਸਤ ਪੁੱਤਰ ਹੈ। ਸ੍ਰੇਸ਼ਟ ਪੁੱਤਰ ਜਿਨ੍ਹਾਂ ਦੇ ਘਰ ਪੈਦਾ ਹੋ ਜੇ ਸਤਨਾਮ ਦੇ ਜਪਣ ਵਾਲਾ, ਉਹ ਕੁਲਾਂ ਦੇ ਅਬਜਸ ਕਲੰਕ ਲੱਗੇ ਨਾ ਕੁਲਾਂ ਨੂੰ। ਜੇ ਕੁਲ ਪੂਤਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਤਾਰੀ। ਹਰ ਤਨਕੇ ਕੁਲ ਪ੍ਰਸੂਤ ਨਾ ਕਰਿਓ, ਜਿਨ ਹਰ ਹਰ ਨਾਮ ਵਿਸਾਰੇ। ਇਸ ਪ੍ਰਕਾਰ ਇਹ ਅਬਜਸ ਪਿਆ ਹੋਇਆ ਹੈ, ਇਸ ਅਬਜਸ ਨੂੰ ਮਿਟਾ ਦਿੰਦਾ ਜੇ ਸ੍ਰੇਸ਼ਟ ਪੁੱਤਰ ਗਿਆਨਵਾਨ ਪੈਦਾ ਹੋ ਜਾਵੇ ਕੁਲ ਦੇ ਵਿੱਚ। ਸਿਮਰ ਤਬ ਹਿਰਦੈ ਗੁਰ ਮੰਤਰਣ ਹੈ। ਉਹ ਕੌਣ ਹੈ ਮਹਾਰਾਜ? ਕਹਿੰਦਾ ਜਿਹੜੇ ਮਹਾਰਾਜ ਕਹਿੰਦੇ ਜਿਹੜਾ ਸਿਮਰਨ ਕਰਦਾ ਹਿਰਦੇ 'ਚ ਗੁਰਮੰਤਰ ਨੂੰ, ਜੋ ਗੁਰਮੰਤਰ ਨੂੰ ਦਿਲ ਚੋਂ ਨਹੀਂ ਭੁਲਾਉਂਦਾ, ਹਰ ਵਕਤ ਚੇਤੇ ਰੱਖਦਾ, ਉਹ ਚੰਗੀ ਕੁਲਾਂ ਦੇ ਅਬਜਸ ਜਿਹੜੇ ਕਲੰਕ ਲੱਗੇ ਸਾਰਿਆਂ ਨੂੰ ਮੇੜ ਦਿੰਦਾ। ਸਾਰੀਆਂ ਕੁਲਾਂ ਦਾ ਉਧਾਰ ਕਰਨ ਵਾਲਾ ਇੱਕ ਭਗਤ ਜਿਸ ਕੁਲ 'ਚ ਹੋ ਜੇ, ਅਕੋਤਰ 100 ਕੁਲ ਕਹਿੰਦੇ ਤਾਰ ਦਿੰਦਾ ਹੈ। ਸੋ ਬੇਅੰਤ ਸਾਰੀਆਂ ਕੁਲਾਂ ਦਾ ਮਹਾਰਾਜ ਕਹਿੰਦੇ ਉਧਾਰ ਕਰ ਦਿੰਦਾ ਹੈ। ਨਿੰਦਿਆ ਮਿਟ ਜਾਂਦੀ ਜਿਹੜੀ ਕੁਲਾਂ ਨੂੰ ਕਲੰਕ ਲੱਗੇ ਹੋਏ ਹੈ। ਜਿਵੇਂ ਪ੍ਰਹਿਲਾਦ ਦੈਂਤਾਂ ਦੇ ਘਰ ਜੰਮਿਆ ਸੀ, ਪਰ ਸਾਰਿਆਂ ਦੀ ਕਲਿਆਣ ਕਰਦੀ ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ। ਐਸੀ ਬਖਸ਼ਿਸ਼ ਮਹਾਰਾਜ ਸਾਹਿਬ ਨੂੰ ਕੀਤੀ। ਜਦੋਂ ਪ੍ਰਹਿਲਾਦ ਨੂੰ ਬੇਨਤੀ ਕੀਤੀ, ਭਾਵੇਂ ਮੇਰਾ ਪਿਤਾ ਮਹਾਰਾਜ ਸੰਤਾਂ ਦਾ ਦੋਖੀ ਸੀ, ਗਊ ਗਰੀਬਾਂ ਨੂੰ ਦੁੱਖ ਦਿੰਦਾ ਸੀ, ਪਰ ਮੈਂ ਉਹਦੇ ਘਰ ਵਿੱਚ ਪੁੱਤਰ ਪ੍ਰਹਿਲਾਦ ਜੰਮਿਆ, ਤੇਰੀ ਭਗਤੀ ਕਰਨ ਵਾਲਾ, ਮੇਰੇ ਪਿਤਾ ਦੀ ਕਲਿਆਣ ਕਰ ਦਿਓ। ਹਜ਼ੂਰ ਨੇ ਕਿਹਾ, ਪ੍ਰਹਿਲਾਦ ਤੇਰੇ ਪਿਤਾ ਦੀ ਬਾਬਤ ਕੀ, ਤੇਰੀਆਂ 7 ਕੁਲਾਂ ਨਾਨਕਿਆਂ ਦੀਆਂ, 7 ਕੁਲਾਂ ਦਾਦਕਿਆਂ ਦੀਆਂ, 7 ਕੁਲਾਂ ਸਹੁਰਿਆਂ ਦੀਆਂ, 21 ਕੁਲਾਂ ਦਾ ਤੇਰੀਆਂ ਉਧਾਰ ਹੋ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਸ੍ਰੇਸ਼ਟ ਪੁੱਤਰ ਪੈਦਾ ਹੋ ਜੇ, ਉਹ ਕਲੰਕ ਕੁਲ ਦੇ ਜਿਹੜੇ ਅਬਜਸ ਹੋਇਆ ਹੈ, ਕਲੰਕ ਲੱਗੇ ਹੈ, ਉਹ ਸਾਰੇ ਧੋਤੇ ਜਾਂਦੇ ਹਨ। ਸਿਮਰ ਤਬ ਹਿਰਦੈ ਗੁਰ ਮੰਤਰ। ਇਸੇ ਪ੍ਰਕਾਰ ਜਿਹੜੇ ਸਾਧਨ ਹੈ ਪੁੱਤਰ ਦੀ ਨਿਆਈ ਹੈ ਜਿਗਿਆਸੂ ਦੇ। ਇਹ ਸਾਧਨ ਭਾਵੇਂ ਕਿੰਨੇ ਕਰਦਾ, ਵਿਰਾਗ ਵੇਖ ਖੜ ਸੰਮਤੀ ਮੋਖ ਇੱਛਾ ਆਦਿਕ, ਪਰ ਸ੍ਰੇਸ਼ਟ ਪੁੱਤਰ ਕੌਣ ਹੈ? ਮਹਾਰਾਜ ਦਾ ਭਜਨ। ਸ੍ਰੇਸ਼ਟ ਪੁੱਤਰ ਕੌਣ ਹੈ? ਵਾਹਿਗੁਰੂ ਦਾ ਗਿਆਨ। ਜੇ ਪਰਮੇਸ਼ਰ ਦਾ ਗੁਰਮੰਤਰ ਜਿਹੜਾ ਇਹ ਪੁੱਤਰ ਜੰਮ ਪਏ ਨਾ ਹਿਰਦੇ 'ਚ, ਇਹ ਸਾਰੀਆਂ ਕੁਲਾਂ ਦੇ ਕਲੰਕ ਧੋਤੇ ਜਾਂਦੇ। ਜਿਹਦੇ ਅੰਦਰ ਗੁਰਮੰਤਰ ਵਸ ਜਾਂਦਾ, ਇਹ ਪੁੱਤਰ ਦਾ ਪੈਦਾ ਹੋਣਾ ਹੈ ਹਿਰਦੇ ਦੇ ਅੰਦਰ, ਇਸ ਬੁੱਧੀ ਦੇ ਅੰਦਰ ਇਹ ਪੁੱਤਰ ਪੈਦਾ ਹੋਣਾ ਹੈ। ਸੋ ਇਸ ਕਰਕੇ ਗੁਰਮੰਤਰ ਹੀ ਭਾਈ ਸਾਰਿਆਂ 'ਚ ਸਿਰੋਮਣੀ ਹੈ। ਇਹਨੂੰ ਧਾਰਨ ਕਰੀਏ, ਸਿਮਰਨਾ ਕਰੀਏ, ਸਾਰੇ ਸਾਧਨ ਉਹਨ ਕਰ ਲਏ, ਸਾਰੇ ਕਲੰਕ ਉਹਨਾਂ ਦੇ ਧੋਤੇ ਜਾਂਦੇ ਹਨ। ਪ੍ਰੀਤਮ ਭਗਵਾਨ ਅਚੁੱਤ। ਜਿਹੜੇ ਪ੍ਰੀਤਮ ਪਿਆਰੇ ਹਨ ਭਗਵਾਨ ਅਕਾਲ ਪੁਰਖ ਦੇ, ਜੋ ਅਚੁੱਤ ਗਿਰਨ ਤੋਂ ਰਹਿਤ ਪਰਮੇਸ਼ਰ ਅਜੜ ਰੂਪ ਹੈ। ਨਾਨਕ ਸੰਸਾਰ ਸਾਗਰ ਤਾਰਨ ਹੈ। ਉਹਨਾਂ ਦੇ ਤਾਂ ਹੀ ਸੰਸਾਰ ਸਮੁੰਦਰ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਤਾਰਨਾ ਕਰਦਾ ਹੈ। ਮਰਨ ਵਿਸਰਨ ਗੋਬਿੰਦ ਹੈ। ਦੁਨੀਆ ਨੂੰ ਸਾਧ ਸੰਗਤ ਜੀ ਸਾਹਾਂ ਦੇ ਮੁੱਕ ਜਾਣਾ ਮਰਨਾ ਸਮਝਿਆ ਹੈ। ਜਦੋਂ ਸਾਹ ਮੁੱਕ ਜਾਂਦੇ ਉਦੋਂ ਕਹਿੰਦੇ ਮਰ ਗਿਆ,
ਪਰ ਮਹਾਰਾਜ ਦੇ ਪਿਆਰਿਆਂ ਨੂੰ ਮਰਨਾ ਹੋਰ ਹੀ ਸਮਝਿਆ ਹੋਇਆ ਹੈ। ਉਹ ਇਹ ਹੈ ਮਰਨ ਵਿਸਰਨ ਗੋਬਿੰਦ ਹੈ। ਜਿਹੜਾ ਗੋਬਿੰਦ ਪਰਮੇਸ਼ਰ ਦਾ ਵਿਸਰ ਜਾਣਾ ਹੈ, ਮਰਨਾ ਮੰਨਿਆ ਸੰਤਾਂ ਨੇ ਆਪਣਾ। ਜੀਵਨ ਹਰ ਨਾਮ ਧਿਆਵਨ ਹੈ। ਅਤੇ ਜੀਵਨ ਸੰਤਾਂ ਨੇ ਮੰਨਿਆ ਜੋ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਹੈ। ਜਿਹੜਾ ਪਰਮੇਸ਼ਰ ਦੇ ਆਖਾਂ ਜੀਵਾਂ ਵਿਸਰੇ ਮਰ ਜਾਓ, ਜੇ ਆਖੀਏ ਤਾਂ ਜਿਉਨੇ, ਜੇ ਭੁੱਲੀਏ ਸਾਡਾ ਮਰ ਜਾਣਾ ਹੁੰਦਾ ਹੈ। ਲਬਣ ਸਾਧ ਸੰਗੇਣ, ਇਹ ਜਿਹੜਾ ਜੀਵਨ ਹੈ ਅੰਮ੍ਰਿਤ ਨਾਮ ਨੂੰ ਪੀ ਕੇ ਆਨੰਦ ਹੋਣਾ, ਇਹ ਸਤਸੰਗਤ ਵਿੱਚੋਂ ਗੁਰੂ ਸਾਹਿਬ ਜੀ ਕਹਿੰਦੇ ਲੱਭਦਾ ਹੈ, ਪ੍ਰਾਪਤ ਹੁੰਦਾ ਹੈ। ਨਾਨਕ ਹਰ ਪੂਰਬ ਲਿਖਣ ਹੈ। ਹਰੀ ਦੀ ਪ੍ਰਾਪਤੀ ਹੁੰਦੀ ਜਿਨ੍ਹਾਂ ਦੇ ਪੂਰਬਲੇ ਲੇਖ ਲਿਖੇ ਹੁੰਦੇ ਹੈ। ਨਾਨਕ ਹਰ ਪੂਰਬ ਲਿਖਣ ਹੈ। ਜਿਨ੍ਹਾਂ ਦੇ ਹਰੀ ਨੂੰ ਪੂਰਬਲੇ ਪੁੰਨਾਂ ਨੂੰ ਲਿਖ ਦਿੱਤਾ ਮੱਥੇ ਤੇ ਨਿਸ਼ਕਾਮ ਕਰਮਾਂ ਨੂੰ, ਉਹਨਾਂ ਨੂੰ ਸਾਧ ਸੰਗਤ ਦੁਆਰਾ ਹਰੀ ਦੀ ਪ੍ਰਾਪਤੀ ਹੁੰਦੀ ਹੈ। ਦਸਨ ਬਿਹੂਨ ਭੁਜੰਗੰ, ਸੰਤ ਮਹਾਰਾਜ ਦੇ ਕਹੇ ਜੇ ਹਨ ਦਸਨ ਬਿਹੂਨ ਭੁਜੰਗੰ। ਜਿਸ ਪ੍ਰਕਾਰ ਸਪਣੀ ਦੇ ਤਾਈ ਅਗਲ ਸਾਰੀ ਤੁਕ ਪੜੋ। ਮੰਤਰੰ ਗਾਰੜੀ ਨਿਵਾਰੰ, ਜਿਸ ਕੋਲੇ ਮੰਤਰ ਹੋਵੇ ਨਾ ਗਾਰੜੂ, ਮੰਤਰੰ ਗਾਰੜੀ ਨਿਵਾਰੰ, ਗਾਰੜੂ ਹੋਵੇ ਜਿਹੜਾ ਮੰਤਰੀ, ਉਹ ਗਾਰੜੂ ਮੰਤਰ ਦੇ ਨਾਲ, ਕਈ ਤਾਂ ਕਹਿੰਦੇ ਗਰੜ ਦੀ ਬਿੱਠ ਜਿਹੜੀ ਹੁੰਦੀ ਹੈ ਇਹਦੇ ਨਾਲ ਸੱਪਾਂ ਦੀ ਜ਼ਹਿਰ ਲੈ ਜਾਂਦੀ ਹੈ, ਪਰ ਗਾਰੜੂ ਮੰਤਰ ਹੁੰਦਾ ਹੈ ਸਾਧ ਸੰਗਤ ਜੀ। ਉਸ ਮੰਤਰ ਦੇ ਨਾਲ 40-40 ਕੜੇ ਸੱਪਾਂ ਦੇ ਵਸ ਕਰਨ ਵਾਲਿਆਂ ਲੋਕਾਂ ਦੇ ਚੇਤੇ ਹੁੰਦੇ ਹੈ। ਉਹ ਗਾਰੜੂ ਜਿਹੜਾ ਹੁੰਦਾ ਮੰਤਰੀ, ਸੱਪ ਦੀ ਜ਼ਹਿਰ ਦੇ ਤਾਈਂ ਉਹ ਉਤਾਰ ਦਿੰਦਾ ਹੈ, ਤੇ ਨਾਲ ਦੰਦਾਂ ਤੋਂ ਬਗੈਰ ਸਪਣੀ ਨੂੰ ਕਰ ਦਿੰਦਾ ਹੈ। ਉਹਦੇ ਦੰਦ ਖੱਟੇ ਕਰਕੇ ਦਵਾਈ ਦੇ ਨਾਲ ਕੱਢ ਦਿੰਦੇ ਹਨਗੇ। ਇਸੇ ਪ੍ਰਕਾਰ ਸਾਧ ਸੰਗਤ ਜੀ ਦਸਨ ਬਿਹੂਨ ਭੁਜੰਗੰ, ਭੁਜੰਗੰ ਸਪਣੀ ਕੌਣ ਹੈ? ਮਾਇਆ ਹੈ। ਇਹਦੇ ਦੰਦ ਕੌਣ ਹੈ? ਸਬਦ ਸਪਰਸ਼ ਰੂਪ ਰਸ ਗੰਧ ਵਿਸ਼ੇ। ਇਹਨਾਂ ਦੰਦਾਂ ਤੋਂ ਬਿਨਾਂ ਮਹਾਤਮਾ ਇਹਨੂੰ ਕਰ ਦਿੰਦੇ ਹਨ। ਇਹ ਉਹਨਾਂ ਦੇ ਗਿਆਨ ਰੂਪੀ ਸਾਧ ਸੰਗਤ ਜੀ ਖਟਿਆਈ ਲਾ ਕੇ ਇਹ ਦੰਦਾਂ ਤੋਂ ਰਹਿਤ ਕਰ ਦਿੰਦੇ ਸਪਣੀ ਨੂੰ, ਮਾਇਆ ਨੂੰ, ਰਾਗ ਦੁਆਇ ਖਾਦਕ, ਇਹ ਸਾਰੀ ਨਿਵਰਤੀ ਕਰ ਦਿੰਦੇ ਇਹਦੇ ਅੰਦਰੋਂ। ਮੰਤਰੰ ਗਾਰੜੀ ਨਿਵਾਰੰ, ਅਤੇ ਮੰਤਰ ਐਸਾ ਕਾਮ ਕ੍ਰੋਧ ਰੂਪੀ ਜਿਹੜੇ ਸੱਪ ਹੈ ਇਹਦੇ ਪੁੱਤਰ ਮਾਇਆ ਦੇ, ਉਹਨਾਂ ਨੂੰ ਗਾਰੜੂ ਮੰਤਰ ਜਿਹੜਾ ਗੁਰੂ ਸਾਹਿਬ ਦਾ ਗੁਰਮੰਤਰ ਹੈ, ਗਾਰੜੂ ਮੰਤਰ ਹੈ। ਇਸ ਗਾਰੜੀ ਮੰਤਰ ਦੇ ਨਾਲ ਕਾਮ ਕ੍ਰੋਧ ਆਦਿਕਾਂ ਨੂੰ ਵੀ ਬਸ ਕਰ ਲੈਂਦੇ, ਨਿਵਰਤ ਕਰਦੇ, ਉਹਨੇ ਜ਼ਹਿਰ ਮੇੜ ਦਿੰਦੇ ਹਨ। ਵਿਆਦ ਉਪਾੜਨ ਸੰਤੰ, ਅਤੇ ਸੰਤ ਮਹਾਤਮਾ ਵਿਆਧੀ ਜਿਹੜੀ ਆਦੀ ਵਿਆਧੀ ਉਪਾਧੀ ਹੈ, ਵਿਆਧ ਸਰੀਰਕ ਰੋਗ ਹਨ, ਬਾਏ ਪਿੱਤ ਕਫ ਰੁਦਰ ਵਿਗਾੜ ਆਦਿਕ। ਉਪਾਧੀ ਕਿਸੇ ਨਾਲ ਡਾਂਗ ਸੋਟਾ ਕਰ ਲੈਣਾ ਜਾਂ ਪ੍ਰੇਤ ਪੀੜਾ ਹੋ ਜਾਣੀ ਆਦਿ, ਮਨ ਦੇ ਆਸਰੇ ਕਾਮ ਕ੍ਰੋਧ ਆਦਿਕ ਪੈਦਾ ਹੋ ਜਾਣੇ, ਇਹਨਾਂ ਨੂੰ ਵੀ ਪੱਟ ਦਿੰਦੇ ਆ ਸੰਤ ਮਹਾਤਮਾ। ਐਸੇ ਮਹਾਂਪੁਰਖਾਂ ਨੇ ਨਾਨਕ ਲਬਧ ਕਰਮਣ ਹੈ। ਪਰ ਮਹਾਰਾਜ ਕਹਿੰਦੇ ਲਬਧੇ ਕਰਮਾਂ ਕਰਕੇ ਹੈ। ਜਿਨ੍ਹਾਂ ਨੂੰ ਪੂਰਵਲੇ ਪੁੰਨ ਕੀਤੇ ਹੋਣ ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ, ਦੂਸਰੇ ਸੰਗਤ ਦੇ ਗੁਣ ਨੂੰ ਨਹੀਂ ਧਾਰਨ ਕਰ ਸਕਦੇ। ਜਥ ਕਥ ਰਮਣੰ, ਉਹ ਮਹਾਂਪੁਰਖ ਵਾਹਿਗੁਰੂ ਨੂੰ ਜਥ ਜਿੱਥੇ ਵੀ ਵੇਖਦੇ ਹੈ, ਉਹ ਕਥ ਕਿੱਥੇ ਜਿੱਥੇ ਕਿੱਥੇ ਵੇਖਦੇ ਹੈ, ਉਸ ਪਰਮੇਸ਼ਰ ਨੂੰ ਵੇਖਦੇ ਹੈ, ਉਸੇ ਨੂੰ ਰਮਣ ਉਚਾਰਨ ਕਰਦੇ ਰਹਿੰਦੇ ਹਨ। ਸਰਣੰ ਸਰਵਤਰ ਜੀਵਨ ਹੈ, ਜਿੱਥੇ ਕਿੱਥੇ ਉਹ ਰਮਿਆ ਹੋਇਆ ਵਿਆਪਕ ਹੈ ਪਰਮੇਸ਼ਰ। ਜਿੱਥੇ ਇਸ ਲੋਕ 'ਚ, ਕਿੱਥੇ ਪਰਲੋਕ ਵਿੱਚ, ਜਿੱਥੇ ਕਿੱਥੇ ਵੇਖੀਏ ਪਤਾਲ ਵਿੱਚ, ਉਹ ਰਮਣ ਸੁੰਦਰ ਹੈ ਪਰਮੇਸ਼ਰ। ਸਰਣੰ ਸਰਵਤਰ ਜੀਵਨ ਹੈ, ਸਾਰਿਆਂ ਦਾ ਜੀਵਨ ਰੂਪ ਚੇਤਨ ਹੈ, ਤੇ ਸਾਰੇ ਜੀਆਂ ਨੂੰ ਸ਼ਰਨ ਦੇਣ ਦੇ ਯੋਗ ਹੈ, ਲਾਇਕ ਹੈ। ਤਥ ਲਗਣ ਪ੍ਰੇਮ ਨਾਨਕ, ਇਸ ਪਰਮੇਸ਼ਰ 'ਚ ਲਗਨ ਲੱਗਾ ਹੈ ਸੰਤਾਂ ਦਾ ਪ੍ਰੇਮ। ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਜਿੱਥੇ ਕਿੱਥੇ ਉਸ ਨੂੰ ਰਮਿਆ ਹੋਇਆ ਵੇਖਦੇ ਹਨ। ਪ੍ਰਸਾਦੰ ਗੁਰ ਦਰਸ਼ਨ ਹੈ, ਇਹ ਪ੍ਰਸਾਦ ਕਿਰਪਾ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦੀ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੈ, ਗੁਰੂ ਕੇ ਦਰਸ਼ਨ ਪੰਥ ਵਿੱਚ ਮਿਲੇ ਹੋਏ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਤ ਜਮ ਤਰਾਸ ਮਿਟਾਈ। ਇਹ ਗੁਰੂ ਸਾਹਿਬ ਦੇ ਦਰਸ਼ਨਾਂ ਦਾ, ਗੁਰੂ ਦੀ ਸੰਗਤ ਰੂਪੀ ਸੰਗ ਦਰਸ਼ਨਾਂ ਦਾ, ਪੰਥ ਦਾ ਪ੍ਰਤਾਪ ਹੈ ਇਹ ਸਾਰਾ। ਪ੍ਰਸਾਦ ਗੁਰੂ, ਪ੍ਰਸਾਦ ਗੁਰ ਦਰਸ਼ਨ ਹੈ, ਗੁਰੂ ਸਾਹਿਬ ਦੇ ਦਰਸ਼ਨ ਦੇ ਪ੍ਰਸਾਦ ਕਿਰਪਾਲਤਾ ਕਰਕੇ ਲਾਭ ਪ੍ਰਾਪਤ ਹੋਇਆ ਹੈ। ਚਰਨਾਰ ਬਿੰਦ ਮਨ ਵਿਧਿਅੰ,
ਗੁਰੂ ਸਾਹਿਬ ਦੇ ਦਰਸ਼ਨ ਹੀ ਗੁਰੂ ਦਾ ਸ਼ਾਸਤਰ ਹੈ, ਗੁਰੂ ਸਾਹਿਬ ਦੇ ਦਰਸ਼ਨ ਸਤਸੰਗਤ ਹੈ। ਚਰਨਾਰ ਬਿੰਦ ਮਨ ਵਿਧਿਅੰ, ਜਿਨ੍ਹਾਂ ਦਾ ਮਹਾਰਾਜ ਦੇ ਚਰਨਾਂ ਕਮਲਾਂ ਸਾਧ ਸੰਗਤ ਜੀ ਮਨ ਬਿੰਨਿਆ ਗਿਆ ਪ੍ਰੇਮ ਦੇ ਵਿੱਚ, ਸਿੱਧਿਅੰ ਸਰਬ ਕੁਸਲਣ ਹੈ। ਉਹਨਾਂ ਨੂੰ ਸਿੱਧੀਆਂ ਸਾਰੀਆਂ ਮੁਕਤੀਆਂ ਸ਼ਲੋਕ ਸਮੀਪ ਸਰੂਪ ਸਜੁਜ ਵੀ ਪ੍ਰਾਪਤ ਹੋ ਗਈਆਂ। ਅਣਮਾ ਮਹਿਮਾ ਆਦਿ ਗਰਮਾ ਆਦਿਕ 18 ਸਿੱਧੀਆਂ ਵੀ ਪ੍ਰਾਪਤ ਹੋ ਗਈਆਂ। ਸਿੱਧੀਆਂ ਮੁਕਤੀਆਂ ਕੇਵਲ ਮੋਖ ਜੀਵਨ ਮੋਖ ਆਦਿਕ ਬਦੇ ਮੁਕਤੀ ਆਦਿਕ ਵੀ ਮੁਕਤੀਆਂ ਪ੍ਰਾਪਤ ਹੋ ਗਈਆਂ ਤੇ ਸਰਬ ਕੁਸਲ ਨੇ ਸਾਰਿਆਂ 'ਚ ਸੁਖ ਆਨੰਦ ਰੂਪ ਦੀ ਪ੍ਰਾਪਤੀ ਹੋ ਗਈ। ਉਹਨਾਂ ਨੂੰ ਸਭ ਤਰ੍ਹਾਂ ਕਰਕੇ ਸੁਖ ਹੈ, ਪ੍ਰਸੰਨਤਾ ਹੈ। ਗਾਥਾ ਗਾਵੰਤ ਨਾਨਕ, ਸਤਿਗੁਰੂ ਜੀ ਕਹਿੰਦੇ ਇਸ ਗਾਥਾ ਕਥਾ ਦੇ ਤਾਂ ਹੀ ਜਿਹੜੇ ਗਾਉਂਦੇ ਹਨ ਭਵਯੰ ਪਰਾ ਪੂਰਵਣ ਉਹ ਭਵਯੰ ਚਤੁਰ ਹਨ ਪੁਰਖ। ਪਰਾ ਪੂਰਵਣ ਪਰਾ ਰੂਪ ਜੋ ਬ੍ਰਹਮ ਪੂਰਵ ਪਰੇ ਤੋਂ ਪਰੇ ਸਾਰਿਆਂ ਦਾ ਮੁੱਢ ਰੂਪ ਹੈ, ਉਸ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਭਵਯੰ ਕਥਨ ਕਰਦੇ ਰਹਿੰਦੇ ਹਨ ਉਹ ਪਰਾ ਉਤਕ੍ਰਿਸ਼ਟ ਤੂੰ ਪੂਰਵ ਸਰਬ ਕੇ ਆਦ ਰੂਪ ਹੈ ਪਰਮੇਸ਼ਰ, ਇਉਂ ਜਾਣ ਕੇ ਕਥਨ ਕਰਦੇ ਹੈ। ਉਸ ਨੂੰ ਭਵਯੰ ਵਰਤਮਾਨ ਸਮੇਂ ਵਿੱਚ ਤੇ ਭਵਿੱਖਤ ਕਾਲ ਵਿੱਚ ਤੇ ਭੂਤ ਕਾਲ ਵਿੱਚ ਉਸ ਨੂੰ ਜਾਣਦੇ ਹੈ ਕਿ ਭਵਿੱਖਤ ਕਾਲ 'ਚ ਵੀ ਉਹ ਹੀ ਸੀ ਅਤੇ ਭਗਵਾਨ ਵਰਤਮਾਨ ਸਮੇਂ 'ਚ ਵੀ ਉਹ ਹੈ ਅਤੇ ਭੂਤ ਕਾਲ 'ਚ ਵੀ ਉਹ ਸੀ। ਤਿੰਨਾਂ ਕਾਲਾਂ 'ਚ ਉਸ ਨੂੰ ਸਦਾ ਸਦਾ ਉਸ ਪਰਮੇਸ਼ਰ ਨੂੰ ਜਾਣ ਕਰਕੇ ਅਦੋ ਉਰਦ ਅਰਦਮ ਸੋ ਸਾਰਿਆਂ ਲੋਕਾਂ ਵਿੱਚ ਉਸ ਨੂੰ ਜਾਣ ਕਰਕੇ ਪਰਾ ਉਤਕ੍ਰਿਸ਼ਟ ਰੂਪ ਪੂਰਵਣ ਸਰਵ ਕਾ ਆਦਿ ਸਰੂਪ ਜਾਣ ਕੇ ਭਵਯੰ ਕਥਨ ਕਰਦੇ ਆ ਉਸ ਦਾ। ਪਰਾ ਪੂਰਵਣ ਹੈ ਪਰਾ ਉਤਕ੍ਰਿਸ਼ਟ ਜੋ ਪੂਰਵਣ ਆਦਿ ਹੈ ਸਭ ਦਾ। ਸੁਭ ਬਚਨ ਰਮਣੰ, ਹੇ ਭਾਈ ਸ੍ਰੇਸ਼ਟ ਬਚਨਾਂ ਨੂੰ ਰਮਣ ਉਚਾਰਨਾ ਕਰੀਏ। ਗਵਣੰ ਸਾਧ ਸੰਗੇ, ਅਤੇ ਚੱਲੀਏ ਸੰਗਤ ਵਿੱਚ ਹਰ ਵਕਤ ਗਮਨ ਕਰੀਏ, ਵਿਚਰਨਾ ਕਰੀਏ। ਜਾਣੋ ਮੁੱਖੋਂ ਸ੍ਰੇਸ਼ਟ ਬਚਨ ਬੋਲੀਏ ਤੇ ਸਤਸੰਗਤ ਵਿੱਚ ਪੈਰਾਂ ਕਰਕੇ ਚੱਲਣਾ ਕਰੀਏ। ਉਦਰਨ ਹੈ ਸੰਸਾਰ ਸਾਗਰੰ, ਇਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਉਧਰ ਜਾਵਾਂਗੇ। ਸੋ ਬਚਨ ਗਵਨ ਰਮਣ, ਸ੍ਰੇਸ਼ਟ ਬਚਨਾਂ ਨੂੰ ਰਮਣ ਉਚਾਰਨਾ ਕਰੋ। ਸ੍ਰੇਸ਼ਟ ਬਚਨ ਕੀ ਹੈ? ਗਵਨੰ ਸਾਧ ਸੰਗਤ, ਸਾਧ ਸੰਗਤ ਵਿੱਚ ਗਾਉਣਾ ਜਿਹੜਾ ਪਰਮੇਸ਼ਰ ਦੇ ਤਾਈਂ। ਉਦਰਨ ਹੈ ਸੰਸਾਰ ਸਾਗਰੰ, ਕਿਉਂ ਸੰਸਾਰ ਸਮੁੰਦਰ ਤੋਂ ਉਧਾਰ ਹੁੰਦਾ ਹੈ। ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਆ ਬੱਚੇ ਨੂੰ ਥੋੜਾ ਜਿਹਾ ਭਾਈ ਜਿਹੜਾ ਬੇਨਤੀ ਹੈ ਬੀਬੀਓ ਲੈ ਜਾਓ, ਕਿਉਂ ਵਿਗੜ। ਉਦਰਨ ਹੈ ਸੰਸਾਰ ਸਾਗਰੰ, ਉਹ ਸੰਸਾਰ ਸਮੁੰਦਰ ਤੋਂ ਉਧਰ ਜਾਂਦੇ ਹਨ, ਮੁਕਤ ਹੋ ਜਾਂਦੇ ਹਨ ਪੁਰਖ। ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਉਹਨਾਂ ਨੂੰ ਪੁਨਰ ਫੇਰ ਅਪੀ ਨਿਸ਼ਚੇ ਕਰਕੇ ਫੇਰ ਨਹੀਂ ਜਨਮਾਂ ਚ ਆਉਣਾ ਪੈਂਦਾ, ਮੁਕਤ ਹੋ ਜਾਂਦੇ ਹੈ। ਇਹੋ ਹੀ ਸਮਾਂ ਹੈ, ਫੇਰ ਨਹੀਂ ਇਹ ਜਨਮ ਲੱਭਣਾ ਪ੍ਰਾਪਤ ਹੋਣਾ। ਇਹ ਜਨਮ ਨੂੰ ਆਪਣੇ ਨੂੰ ਸੁਧਾਰ ਲਓ ਨਿਸ਼ਚੇ ਕਰਕੇ ਕਹਿੰਦੇ ਹਨ। ਵੇਦ ਪੁਰਾਣ ਸ਼ਾਸਤਰ ਵਿਚਾਰੰ, ਵੇਦਾਂ ਚੌਹਾਂ ਨੂੰ ਤੇ ਪੁਰਾਣਾ 18 ਨੂੰ ਸ਼ਾਸਤਰ 6 ਨੂੰ ਵਿਚਾਰ ਕੇ। ਏਕ ਓੰਕਾਰ ਨਾਮ ਇਹੋ ਹੀ ਫਲ ਹੈ ਵੇਦ ਪੁਰਾਣ ਸ਼ਾਸਤਰਾਂ ਦੇ ਵਿਚਾਰਨ ਦਾ। ਇੱਕ ਓੰਕਾਰ ਦੇ ਨਾਮ ਨੂੰ ਦਿਲ 'ਚ ਵਸਾਉਣਾ ਕਰੋ। ਸਾਰੇ ਉਨਚਾਰੇ ਵੇਦ ਪੜ੍ਹ ਲਏ, 6 ਸ਼ਾਸਤਰ ਪੜ੍ਹ ਲਏ, 18 ਪੁਰਾਣ ਪੜ੍ਹ ਲਏ, ਜਿਨ ਇੱਕ ਓੰਕਾਰ ਦੇ ਨਾਮ ਨੂੰ ਹਿਰਦੇ 'ਚ ਧਾਰਨਾ ਕੀਤਾ ਹੈ। ਇਸੇ ਪ੍ਰਕਾਰ ਵੇਦ ਪੁਰਾਣ ਸ਼ਾਸਤਰ ਵਿਚਾਰ। ਵੇਦ ਜੋ ਗਿਆਨ ਸਰੂਪ ਹੈ, ਪੁਰਾਣ ਜੋ ਪੁਰਾਤਨ ਸਰੂਪ ਹੈ, ਸ਼ਾਸਤਰ ਜੋ ਸਤ ਸਰੂਪ ਆਗਿਆ ਦੇਣ ਵਾਲਾ ਹੈ, ਉਸ ਦੀ ਆਗਿਆ ਨੂੰ ਉਹਨਾਂ ਨੂੰ ਵਿਚਾਰ ਕੇ। ਏਕ ਓੰਕਾਰ ਨਾਮ ਔਰ ਧਾਰਨ। ਇੱਕ ਓੰਕਾਰ ਜੋ ਸਰੂਪ ਹੈ, ਸਾਰਿਆਂ ਸਰੂਪਾਂ ਦੇ ਅੰਦਰ ਇੱਕੋ ਹੀ ਹੈ, ਆਪ ਵਰਤਦਾ। ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰੇ ਟਕਸਾਲਾ, ਉਹਦੇ ਨਾਮ ਨੂੰ ਦਿਲ 'ਚ ਵਸਾਇਆ ਹੈ ਉਹਨਾਂ ਨੇ। ਕੁਲ ਹੈ ਸਮੂਹ ਸਗਲ ਉਧਾਰਨ। ਉਹਨਾਂ ਨੇ ਸਮੂਹ ਸਤਸੰਗੀਆਂ ਦਾ ਵੀ ਉਧਾਰ ਕਰ ਦਿੱਤਾ ਤੇ ਸਮੂਹ ਕੁਲਾਂ ਦਾ ਵੀ ਉਧਾਰ ਕਰ ਦਿੱਤਾ। ਜਿੰਨੇ ਸਤਸੰਗਤ ਕਰਨ ਵਾਲੇ ਉਹਨਾਂ ਦਾ ਵੀ ਉਧਾਰ ਕਰ ਦਿੱਤਾ। ਕੁਲ ਦੇਵੀ ਸੰਪਦਾ ਜਿਹੜੀ ਆਸਰੀ ਸੰਪਦਾ ਥੱਲੇ ਆਈ ਸੀ, ਉਹਨੂੰ ਵੀ ਬਚਾ ਲਿਆ, ਵਾਰ ਲਿਆ ਹੈ। ਵੱਡ ਭਾਗੀ ਨਾਨਕ ਕੋ ਤਾਰਨ। ਕੋਈ ਵੱਡਿਆਂ ਭਾਗਾਂ ਵਾਲਾ ਗੁਰੂ ਸਾਹਿਬ ਜੀ ਹੈ, ਕੋਈ ਜਿਹਨੇ ਆਪਣੇ ਆਪ ਨੂੰ ਹੀ ਉਤਾਰਨਾ ਕੀਤਾ, ਉਹ ਤਾਰਨ ਜਹਾਜ਼ ਦੀ ਨਿਆਈ ਜੀਵਨ ਹੋ ਗਿਆ ਹੈ। ਆ ਮੁਕਤ ਮੋਹ ਤਾਰੇ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ। ਸਿਮਰਨ ਗੋਬਿੰਦ ਨਾਮ।
ਜੋ ਗੋਬਿੰਦ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਹੈ ਸਾਧ ਸੰਗਤ ਜੀ। ਉਦਰਣੰ ਕੁਲ ਸਮੂਹਣ ਸਮੂਹ ਕੁਲਾਂ ਦਾ ਉਧਾਰ ਹੋ ਜਾਂਦਾ ਹੈ ਮਹਾਰਾਜ ਦੇ ਸਿਮਰਨ ਕਰਨੇ ਕਰਕੇ। ਲਬਧਿਹੰ ਸਾਧ ਸੰਗੇਨ ਨਾਨਕ। ਇਹ ਨਾਮ ਜਿਹੜਾ ਹੈ ਸਾਧ ਸੰਗਤ ਵਿੱਚੋਂ ਗੁਰੂ ਸਾਹਿਬ ਜੀ ਕਹਿੰਦੇ ਲੱਭਦਾ ਪ੍ਰਾਪਤ ਹੁੰਦਾ ਹੈ। ਵੱਡ ਭਾਗੀ ਭੇਟੰਤ ਦਰਸ਼ਨ ਹੈ। ਵੱਡਿਆਂ ਭਾਗਾਂ ਵਾਲੇ ਜਿਹੜੇ ਸੰਗਤ ਦੇ ਦਰਸ਼ਨਾਂ ਨੂੰ ਭੇਟੰਤ ਪ੍ਰਾਪਤ ਕਰਦੇ ਹੈ। ਵੱਡਿਆਂ ਭਾਗਾਂ ਵਾਲੇ ਹਰੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਦੇ ਹੈ, ਗੁਰਾਂ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਦੇ ਹੈ। ਸਰਵ ਦੁਖ ਪਰਮ ਤਿਆਗੀ। ਸਾਰੇ ਦੁੱਖਾਂ ਦਾ ਪਰਿਤਿਆਗ ਕਰਨ ਦਾ ਜਿੰਨਾ ਪੁੰਨ ਹੈ। ਸਰਵ ਧਰਮ ਦ੍ਰਿੜਾਂਤਣ ਹੈ। ਜਿੰਨਾ ਸਾਰੇ ਧਰਮਾਂ ਦੇ ਦ੍ਰਿੜ ਕਰਨ ਦਾ ਪੁੰਨ ਹੈ। ਲਬਧੀਨ ਸਾਧ ਸੰਗੀਨ। ਸਾਧ ਸੰਗਤ ਜੀ ਨੇ ਸਾਰਿਆਂ ਦੋਸ਼ਾਂ ਦਾ ਪਰਿਤਿਆਗ ਕੀਤਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕਾਂ ਦਾ, ਤੇ ਸਾਰੇ ਧਰਮ ਸਭ ਸੰਤੋਖ ਦਿਆ ਧਰਮ ਵਿਚਾਰ ਆਦਿਕਾਂ ਨੂੰ ਦ੍ਰਿੜ ਕੀਤਾ ਹੈ ਜਿਨ੍ਹਾਂ ਨੇ। ਲਬਧੀਨ ਸਾਧ ਸੰਗੀਨ। ਇੰਨੀਆਂ ਪੁੰਨਾਂ ਦਾ ਫਲ ਹੈ ਉਹਨਾਂ ਨੂੰ ਸਾਧ ਸੰਗਤ ਲੱਭਦੀ ਹੈ, ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੂੰ ਸਾਰੇ ਦੋਸ਼ ਛੱਡਤੇ, ਜਿਨ੍ਹਾਂ ਨੂੰ ਸਾਰੇ ਗੁਣ ਧਾਰਨ ਕਰ ਲਏ, ਇੰਨੀਆਂ ਪੁੰਨਾਂ ਦੇ ਫਲ ਕਰਕੇ ਸਤਸੰਗਤ ਪ੍ਰਾਪਤ ਹੁੰਦੀ ਹੈ। ਫਿਰ ਨਾਨਕ ਮਸਤਕ ਲਿਖਿਆਣ ਹੈ। ਜਿਨ੍ਹਾਂ ਦੇ ਮੱਥੇ ਦੇ ਸੱਚੇ ਪਾਤਸ਼ਾਹ ਕਹਿੰਦੇ ਲੇਖ ਲਿਖੇ ਹੋਏ ਹੈ, ਉਹਨਾਂ ਨੂੰ ਉੱਤਮ ਭਾਗਾਂ ਵਾਲਿਆਂ ਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਐਵੇਂ ਨਾ ਪ੍ਰਾਪਤ ਹੋਈ ਸਮਝਣਾ ਕਿ ਇਸ ਨੂੰ ਐਵੇਂ ਪ੍ਰਾਪਤ ਹੋ ਗਈ ਹੈ। ਹੋਇਓ ਹੈ ਹੋਵੰਤੂ। ਉਹ ਪਰਮੇਸ਼ਰ ਮਹਾਰਾਜ ਦੱਸੋ ਪਿੱਛੇ ਸੀ ਕਿ ਹੁਣ ਹੈ। ਕਈ ਲੋਕ ਕਹਿੰਦੇ ਆ ਜਿਸ ਪ੍ਰਕਾਰ ਨਾਸਕ ਵੀ ਰੱਬ ਪਿੱਛੇ ਕੋਈ ਰਾਜਾ ਹੋਣਾ ਉਹਨੇ ਰੱਬ ਲੋਕਾਂ ਨੂੰ ਮੰਨ ਲਿਆ। ਮਹਾਰਾਜ ਕਹਿੰਦੇ ਹੋਇਓ ਜੋ ਪਿੱਛੇ ਵੀ ਹੁੰਦਾ ਆਇਆ ਹੈ, ਭੂਤਕਾਲ ਚ ਵੀ ਹੈ ਤੇ ਹੁਣ ਵਰਤਮਾਨ ਸਮੇਂ ਚ ਵੀ ਹੈ। ਹੋਵੰਤੋ ਅੱਗੇ ਨੂੰ ਵੀ ਹੋਵੇਗਾ ਪਰਮੇਸ਼ਰ। ਹਰਨ ਭਰਨ ਸੰਪੂਰਨ ਹੈ। ਉਹ ਹਰਨ ਜਗਤ ਨੂੰ ਪਰਲੋਂ ਕਰਨ ਵਾਲਾ ਅਤੇ ਭਰਨ ਅੱਖ ਦੇ ਖੋਲਣ ਦੇ ਨਾਲ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਸੰਪੂਰਨ ਸਾਰਿਆਂ ਦੇ ਹਰਨ ਭਰਨ ਜਾਂ ਕਾ ਨੇਤਰ ਫੋਰ, ਜਿਹਦੇ ਅੱਖ ਦੇ ਖੋਲਣ ਮੀਚਣ ਨਾਲ ਜਗਤ ਨੂੰ ਰਚ ਲੈਣਾ ਤੇ ਪਰਲੋਂ ਕਰ ਲੈਣਾ, ਐਡੀ ਸਮਰੱਥਾ ਦਾ ਮਾਲਕ ਹੈ। ਉਹ ਸੰਪੂਰਨ ਸਾਰਿਆਂ ਨੂੰ ਹਰ ਦਿੰਦਾ। ਜਦੋਂ ਪਰਲੋਂ ਕਰਨਾ ਚਾਹੇ ਉਪਤ ਪਰਲੋਂ ਇੱਕ ਨਿਮਖਮਾ ਹੈ। ਅੱਖ ਦੇ ਖੋਲਣ ਮੀਚਣ ਦੀ ਜਿਸਦੀ ਪਰਲੋਂ ਕਰ ਲੈਂਦਾ, ਅੱਖ ਦੇ ਮੀਚਣ ਨਾਲ ਪਰਲੋਂ ਕਰਦਾ, ਖੋਲਣ ਨਾਲ ਭਰ ਨਾਲ ਸਾਰਿਆਂ ਨੂੰ ਪੈਦਾ ਕਰ ਲੈਂਦਾ। ਐਸਾ ਸਮਰੱਥ ਹਰ ਜੀਵ ਆਪ ਹੈ। ਸਾਧੂ ਸਤਮ ਜਾਣੋ। ਇਹ ਜਿਹੜੇ ਸਾਧ ਸੰਗਤ ਜੀ ਇਹ ਟਿੱਪੀਆਂ ਲੱਗੀਆਂ ਹਨ, ਇਹ ਬਸਰਗਾਂ ਹੋਈਆਂ। ਹਰਨ ਭਰਨ ਸੰਪੂਰਨ ਹੈ, ਇਸ ਪ੍ਰਕਾਰ ਉਚਾਰਨ ਕਰਨਾ। ਸਾਧੂ ਸਤਮ ਜਾਣੋ। ਸਾਧੂ ਸਤਮ ਜਾਣੋ, ਸਤ ਨਿਸ਼ਚੈ ਕਰਕੇ ਮਹਾਤਮਾ ਨੂੰ ਸਤੋਂ ਉੱਤਮ ਜਾਣਨਾ ਕਰੋ। ਮਹਾਂਪੁਰਖ ਜਿਹੜੇ ਹਨ ਇਹ ਸਤ ਸਰੂਪ ਦੇ ਨਿਸ਼ਚੈ ਵਾਲੇ ਉੱਤਮ ਹਨ। ਨਾਨਕ ਪ੍ਰੀਤ ਕਾਰਨ। ਸੰਤ ਮਹਾਤਮਾ ਹੀ ਨਿਸ਼ਚੈ ਕਰਕੇ ਜਾਣ ਲੋ ਸਤ ਹੈ, ਇਹ ਉੱਤਮ ਹਨ, ਸ੍ਰੇਸ਼ਟ ਸਾ ਉੱਤਮ। ਨਾਨਕ ਪ੍ਰੀਤ ਕਾਰਨ, ਵਾਹਿਗੁਰੂ ਦੀ ਪ੍ਰੀਤੀ ਦਾ ਕਾਰਨ ਹਨ ਸੰਤ ਮਹਾਤਮਾ। ਇਹ ਨਿਸ਼ਚੈ ਕਰੋ ਕਿ ਸੰਤ ਮਹਾਤਮਾ ਹੀ ਉੱਤਮ ਹਨ, ਵਾਹਿਗੁਰੂ ਦੀ ਪ੍ਰੀਤੀ ਲਾਉਣ ਦਾ ਕਾਰਨ। ਹੋਰ ਨਹੀਂ ਕੋਈ ਵਾਹਿਗੁਰੂ ਦੀ ਪ੍ਰੀਤੀ ਲਾ ਸਕਦਾ। ਬਿਨਾਂ ਸੰਗਤ ਤੋਂ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੇ। ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸਿਕ ਬੇਨਤੀ ਹਰ ਸਿਓ, ਪੈਜ ਰਾਖੋ ਰਾਜਾ ਰਾਮ ਮੇਰੀ। ਸੁਖੇੜ ਬੈਣ ਰਤਨੰ। ਜਿਹੜੇ ਜੀ ਭਾਈ ਸੰਗਤ ਨੂੰ ਛੱਡ ਕੇ ਸੁਖਦਾਇਕ ਵਿਸ਼ਿਆਂ ਦੇ ਸਾਧ ਸੰਗਤ ਜੀ ਬਚਨ ਸੁਣਦੇ ਆ, ਸਿਨਮਿਆਂ ਨੂੰ ਸੁਣਦੇ ਆ ਤੇ ਅਨੇਕ ਪ੍ਰਕਾਰ ਦੇ ਗੀਤਾਂ ਨੂੰ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਸਾਗਤ ਗੀਤ ਨਾਤ ਤੁਮ ਗਾਤ ਬੋਲਤ ਬੋਲ ਅਜਾਏ। ਉਹ ਮਹਾਰਾਜ ਸਾਡੇ ਕੰਨਾਂ ਚ ਨਾ ਸੁਣਾਓ। ਜਿਨ੍ਹਾਂ ਬਾਬਤ ਕਿਹਾ ਸੁਭ ਕਾਜ ਕੋ ਕਾਜ ਵਿਸਾਰ ਕਰੇ, ਜਗ ਲਾਜ ਨ ਆਵਤ ਹੈ ਇਨਕੋ। ਅਤੇ ਇਸ ਪ੍ਰਕਾਰ ਇੱਕ ਨਾਰ ਬੁਲਾਏ ਨਚਾਵਤ ਹੈ, ਧਨ ਔਰ ਧਾਮ ਲੁਟਾਵਨ ਕੋ। ਮਰਦੰਗ ਕਹੇ ਤਿਰਕ ਹੈ ਤਿਰਕ ਹੈ, ਸੁਰਤਾਲ ਕਹੇ ਕਿनको ਕਿनको। ਤਬ ਹਾਥ ਉਠਾਏ ਕੇ ਰਾਂਡ ਕਹੇ ਇਨਕੋ ਇਨਕੋ ਇਨਕੋ। ਇਹੋ ਜਿਹੇ ਜਿਹੜੇ ਗੰਦੇ ਬਚਨ ਹਨ ਉਹਨਾਂ ਦੀ ਬਾਬਤ ਕਹਿੰਦੇ ਹਨ। ਸੁਖੇੜ ਬੈਣ ਰਤਨੰ। ਉਹ ਸੁਖ ਵਾਲੇ ਬਚਨ ਹੈ, ਮਨ ਕਰਕੇ ਵਿਸ਼ਿਆਂ ਦੇ ਪੈਦਾ ਕਰਨ ਵਾਲੇ। ਉਹਨਾਂ 'ਚ ਰਤਨ ਰੰਗੇ ਰਹਿੰਦੇ ਹਨ ਜਿਹੜੇ ਪੁਰਖ। ਰਚਨੰ ਕੁਸੁੰਭ ਰੰਗਣ ਹੈ। ਅਤੇ ਕੁਸੁੰਬੇ ਦੇ ਰੰਗ ਦੀ ਨੇ ਜਿਹੜੀ ਰਚਨਾ, ਇਹਨੂੰ ਸੱਚਾ ਮੰਨੀ ਬੈਠੇ ਆ ਮਿੱਠਿਆ ਪਦਾਰਥਾਂ ਨੂੰ। ਰੋਗ
ਰੋਗ ਸੋਗ ਵਿਯੋਗ ਉਹਨਾਂ ਨੂੰ ਕਦੇ ਹਉਮੈ ਦਾ ਰੋਗ, ਕਦੇ ਸਰੀਰ ਦੀਆਂ ਬਿਮਾਰੀਆਂ ਡਾਕਟਰਾਂ ਕੋਲੇ ਪਏ ਰਹਿੰਦੇ ਐ। ਸੋਗ ਵਿਛੋੜਾ ਸੰਬੰਧੀਆਂ ਦਾ ਹੋਇਆ ਹੀ ਰਹਿੰਦਾ ਹੈ, ਵਿਛੋੜਾ ਆਪਦੇ ਅੰਗਾਂ ਦਾ ਹੋਇਆ ਹੀ ਰਹਿੰਦਾ ਹੈ। ਨਾਨਕ ਸੁਖ ਨਾ ਸੁਪਨੇ ਐਸੇ ਵਕਾਰੀਆਂ ਆਦਮੀਆਂ ਨੂੰ ਸੁਪਨੇ 'ਚ ਵੀ ਸੁਖ ਨਹੀਂ ਹੋ ਸਕਦਾ। ਉਹ ਸੁਖ ਜੇ ਭਾਲਣਗੇ, ਸੁਖ ਕਿੱਥੇ ਹੈ? ਰੋਂਦਿਆਂ ਕਲਾਂਦਿਆਂ ਦੀ ਸਾਰੀ ਉਮਰ ਗੁਜ਼ਰਦੀ ਹੈ। ਇਹੀ ਜੀ ਹਾਲਤ ਉਹਨਾਂ ਪੁਰਖਾਂ ਦੀ ਹੁੰਦੀ, ਕੁਸੰਗੀਆਂ ਦੀ। ਅਤੇ ਜਿਹੜੇ ਸੁਖੇਣ ਬੈਣ ਰਤਨ ਸੁਖ ਦਾ ਇਹਨ ਘਰ ਜਿਹੜੇ ਹਨ ਬਚਨ ਸਾਧ ਸੰਗਤ ਦੇ, ਬ੍ਰਹਮ ਗਿਆਨ ਦੇ ਉਪਦੇਸ਼, ਉਹਨਾਂ 'ਚ ਰਤਨ ਰੰਗੇ ਰਹਿੰਦੇ ਹਨ। ਰਚਨੰ ਕੁਸੁਮ ਰੰਗਣ ਹੈ ਅਤੇ ਜਿਹੜੀ ਕੁਸੁੰਬੇ ਦੇ ਰੰਗ ਦੀ ਨਿਆਈ ਰਚਨਾ ਇਹਦੇ ਵਿੱਚ ਰਚਦੇ ਨਹੀਂ ਹਨ। ਜਿਹੜੇ ਰੋਗ ਸੋਗ ਵਿਯੋਗ ਉਹਨਾਂ ਨੂੰ ਹਉਮੈ ਦਾ ਰੋਗ ਨਹੀਂ, ਵਿਛੋੜੇ ਦਾ ਸੋਗ ਨਹੀਂ, ਇਹ ਤੋਂ ਵਿਯੋਗ ਹੋ ਗਿਆ, ਰੋਗ ਸੋਗ ਤੋਂ ਰਹਿਤ ਹੋ ਗਏ ਹੈ। ਨਾਨਕ ਸੁਖ ਨਾ ਸੁਪਨ ਹੈ ਇਹ ਸੁਪਨੇ ਸੰਸਾਰ ਵਿੱਚ ਨਹੀਂ ਉਹ ਪਰਚਦੇ। ਨਾਨਕ ਸੁਖ, ਉਹਨਾਂ ਨੂੰ ਸੁਖ ਹੀ ਸੁਖ ਹੈ। ਸਾਧ ਸੰਗਤ ਜੀ, ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ, ਉਹ ਸੁਪਨਾ ਰੂਪ ਜਗ 'ਚ ਨਹੀਂ ਪਰਚਦੇ ਹਨ। ਆਤਮ ਸੁਖ ਦੀ ਰੋਗ ਸੋਗ ਵਿਯੋਗ ਨਾ ਸੁਪਨਾ, ਉਹਨਾਂ ਨੂੰ ਸੁਪਨੇ ਮਾਤਰ ਵੀ ਰੋਗ ਸੋਗ ਵਿਯੋਗ ਨਹੀਂ। ਨਾਨਕ ਸੁਖ, ਆਤਮ ਆਨੰਦ ਦਾ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਇਸ ਪ੍ਰਕਾਰ ਵਾਹਿਗੁਰੂ ਦੇ ਪਿਆਰੇ ਆਨੰਦ ਦੇ ਸਹਿਤ ਰਹਿੰਦੇ ਹੈ। ਇੱਥੇ ਗਾਥਾ ਬਾਣੀ ਮਹਾਰਾਜ ਨੇ ਸੰਪੂਰਨ ਕੀਤੀ ਹੈ। ਹੁਣੇ ਸ਼ਾਮ ਦੇ ਵਕਤ ਕਰਾਂਗੇ। ਸੁਖੇਣ ਬੈਣ ਰਤਨੰ ਰਚਨੰ ਕੁਸੁਮ ਰੰਗਣ ਹੈ ਰੋਗ ਸੋਗ ਵਿਯੋਗੰ ਨਾਨਕ ਸੁਖ ਨਾ ਸੁਪਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ